सतनाम वाहिगुरु जी। प्रथम भगवती सिमर कै गुरु नानक लई ध्याए। फिर अंगद गुर ते अमरदास रामदास होई सहाय। हर जन हर गोबिंद नो सिमरो श्री हर राय। श्री हर कृष्ण ध्याइयै जिस डिठे सब दुख जाए। तेग बहादुर सिमरिया घर नौ निधि आवै थाए। सब थाई होए सहाय। तेग बहादुर सिमरिया घर नौ निधि आवै थाए। सब थाई होए सहाय। तेग बहादुर के चलत भयो जगत को शोक। है सब जग भयो जय 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 सुरलोक। है सब जग पयो जय 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 सुरलोक। होवै सिफत खसंबंधी नूर अरसों कुरसों चटिया। तुद डिठे सचे पातशाह मल जन्म जन्म दी कटिया। तुद डिठे सचे पातशाह मल जन्म जन्म दी कटिया। सतनाम श्री वाहिगुरु साहिब जीओ। मारू महला नवा। माई मैं मन को मान त्याग्यो। माया के मद जन्म सरायो। राम भजन नहीं लाग्यो। माई मैं मन को मान त्याग्यो। वाहिगुरु जी का खालसा वाहिगुरु जी की फतेह। किरपा निधान भगत वत्सल पतत पावन सतगुरु धन गुरु ग्रंथ साहिब महाराज साहब जियां ने महान किरपा की है। जो सतसंगत का सानू सुभागा समा महाराज जी ने बख्शिया है। वड्डे भाग बने जो गुरु की संगत विच आके बैठे हाँ। सतगुरां दी अमृत बाणी सरवण कर रहे हाँ कीर्तन दे रूप दे विच। उसे बाणी नूं हुण कथा दे रूप दे विच आपां सरवण करन जा रहे हाँ। मन दे ध्यान नूं टकाईए मिल के आखीए सतनाम श्री वाहिगुरु साहिब जी। सतनाम श्री वाहिगुरु साहिब जीओ। मारू महला नवा। मारू राग है। नौवें गुरु गुरु तेग बहादुर महाराज जी का यह शब्द है। गुरु ग्रंथ साहिब की बाणी विच 150 शब्द गुरु तेग बहादुर महाराज का है। 150 शब्द
ਸਮੇਤ ਸ਼ਲੋਕਾਂ ਦੇ, ਜਿਹੜੇ ਆਪਾਂ ਸ਼ਲੋਕ ਪੜ੍ਹਦੇ ਹਾਂ ਨਾਵੇਂ ਮੁਹੱਲੇ ਦੇ, ਉਹਨਾਂ ਦੇ ਸਮੇਤ 150 ਸ਼ਬਦ ਨੇ 15 ਰਾਗਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ। ਇਹ ਸਤਿਗੁਰਾਂ ਦੀ ਬਾਣੀ ਜਿਹੜੀ ਸ਼ਾਮਲ ਹੋਈ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਨੇ ਕੀਤੀ ਹੈ। ਜਿਸ ਸਰੂਪ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਲਿਖਵਾਇਆ ਹੈ ਭਾਈ ਗੁਰਦਾਸ ਜੀਆਂ ਦੇ ਕੋਲੋਂ ਅੰਮ੍ਰਿਤਸਰ ਦੀ ਧਰਤੀ 'ਤੇ, ਉਹ ਸਰੂਪ ਅੱਜ ਵੀ ਕਰਤਾਰਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਹੈ। ਜਲੰਧਰ ਦੇ ਨੇੜੇ ਇੱਕ ਨਗਰ ਹੈ ਕਰਤਾਰਪੁਰ ਸਾਹਿਬ। ਉਸ ਸਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਨਹੀਂ ਹੈ। ਜਿਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਹਿਬ ਜੀ ਆਪ ਗੁਰਬਾਣੀ ਦੇ ਅਰਥ ਕਰਵਾਓ, ਗੁਰਬਾਣੀ ਦੀ ਸੰਥਿਆ ਕਰਵਾਓ, ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਭਾਈ ਧੀਰਮਲ ਜੀ, ਜੋ ਗੁਰੂ ਹਰ ਰਾਏ ਮਹਾਰਾਜ ਸਾਹਿਬ ਜੀਆਂ ਦੇ ਵੱਡੇ ਭਰਾ ਨੇ, ਉਹਨਾਂ ਦੇ ਕੋਲ ਇਹ ਸਰੂਪ ਸੀ। ਮੰਗ ਕੀਤੀ, ਸਿੱਖਾਂ ਨੂੰ ਭੇਜਿਆ ਵੀ ਲਿਆਓ ਸਾਨੂੰ ਸਰੂਪ ਦਿਓ, ਅਸੀਂ ਉਹਦਾ ਉਲੱਥਾ ਕਰਾਂਗੇ ਅਤੇ ਤੁਹਾਨੂੰ ਸਰੂਪ ਵਾਪਸ ਕਰ ਦਿਆਂਗੇ। ਧੀਰਮਲ ਨੇ ਜਿੱਥੇ ਸਰੂਪ ਦੇਣ ਤੋਂ ਨਾ ਕਰ ਦਿੱਤੀ, ਉੱਥੇ ਨਾਲ ਹੀ ਇਹ ਗੱਲ ਵੀ ਕਹਿ ਦਿੱਤੀ ਹੈ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦਾ ਹੀ ਰੂਪ ਨੇ ਤੇ ਫਿਰ ਸਾਡੇ ਕੋਲੋਂ ਕਿਉਂ ਮੰਗਦੇ ਪਏ? ਆਪ ਕਿਉਂ ਨਹੀਂ ਬਾਣੀ ਆਪਣੇ ਕੰਠੋਂ ਕਿਉਂ ਨਹੀਂ ਉਚਾਰ ਲੈਂਦੇ? ਆਪ ਕਿਉਂ ਨਹੀਂ ਉਚਾਰਦੇ? ਜਦੋਂ ਇਹ ਸਿੱਖਾਂ ਨੇ ਜਾ ਕੇ ਦੱਸਿਆ ਨਾ ਮਹਾਰਾਜ ਸਾਹਿਬ ਜੀਆਂ ਨੂੰ, ਸਤਿਗੁਰਾਂ ਨੇ ਉਸ ਵੇਲੇ ਜਾਣਿਆ ਵੀ ਜੇ ਹੁਣ ਅਸੀਂ ਬਾਣੀ ਨਾ ਉਚਾਰੀ ਤੇ ਸਿੱਖਾਂ ਦੇ ਮਨ ਵਿੱਚ ਭੁਲੇਖਾ ਰਹਿ ਜਾਣਾ ਵੀ ਗੁਰੂ ਨਾਨਕ ਸਾਹਿਬ ਹੋਰ ਰੂਪ ਨੇ, ਗੁਰੂ ਗੋਬਿੰਦ ਸਿੰਘ ਹੋਰ ਰੂਪ ਨੇ, ਵੀ ਇਹ ਉਹਨਾਂ ਦੀ ਬਾਣੀ ਨਹੀਂ ਰਚ ਸਕੇ। ਸਤਿਗੁਰੂ ਕਹਿਣ ਲੱਗੇ ਭਾਈ ਵਾਹ ਭਲੀ, ਜੇ ਇਸ ਤਰ੍ਹਾਂ ਧੀਰਮਲ ਕਹਿੰਦਾ ਤੇ ਇਸ ਤਰ੍ਹਾਂ ਹੀ ਕਰਾਂਗੇ। ਉਸ ਵੇਲੇ ਭਾਈ ਮਨੀ ਸਿੰਘ ਸਾਹਿਬ ਜੀਆਂ ਨੂੰ ਮਹਾਰਾਜ ਨੇ ਲਿਖਾਰੀ ਲਾਇਆ ਹੈ। ਅੰਮ੍ਰਿਤ ਵੇਲੇ ਦਾ ਦੀਵਾਨ ਸਾਜਦਾ ਦਮਦਮਾ ਸਾਹਿਬ ਦੀ ਧਰਤੀ 'ਤੇ, ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਮਹਾਰਾਜ ਗੁਰਬਾਣੀ ਲਿਖਵਾਉਂਦੇ ਨੇ। ਦੁਪਹਿਰ ਤੋਂ ਬਾਅਦ ਜਿਹੜਾ ਦੀਵਾਨ ਸਾਜਦਾ ਸ਼ਾਮ ਵੇਲੇ ਦਾ, ਉਦੋਂ ਗੁਰਬਾਣੀ ਕਿਵੇਂ ਪੜ੍ਹਨੀ ਹੈ ਔਰ ਗੁਰਬਾਣੀ ਦੇ ਆਪ ਅਰਥ ਕੀਤੇ 10ਵੇਂ ਪਾਤਸ਼ਾਹ ਨੇ ਅਤੇ ਸਿੱਖਾਂ ਨੂੰ ਸੁਣਾਏ। ਇਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਬਾਣੀ ਜਿਹੜੀ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪ ਦਰਜ ਕੀਤੀ ਹੈ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਐਸੇ ਗੁਰੂ ਨੇ ਜਿਨ੍ਹਾਂ ਦੇ ਨਾਮ ਲੈ ਤੋਂ ਬਿਨਾਂ ਕੋਈ ਕਾਰਜ ਪੂਰਾ ਹੀ ਨਹੀਂ ਹੁੰਦਾ ਹੈ। 10ਵੇਂ ਪਾਤਸ਼ਾਹ ਨੇ ਲਿਖਿਆ ਨਾ, ਤੇਗ ਬਹਾਦਰ ਸਿਮਰਿਆ। ਜਿੰਨਾ ਚਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਿਮਰੋਗੇ ਨਹੀਂ ਨਾ, ਯਾਦ ਨਹੀਂ ਨਾ ਕਰੋਗੇ, ਉਹਨਾਂ ਚਿਰ ਕਾਰਜ ਸੰਪੂਰਨ ਨਹੀਂ ਹੋਵੇਗਾ। ਇੱਕ ਸਾਖੀ ਆਪਾਂ ਇਤਿਹਾਸ ਵਿੱਚ ਸਰਵਣ ਕਰਦੇ ਗੁਰਮੁਖੋ, ਜਿਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਰਹਿੰਦੇ ਸਨ ਬਾਬਾ ਬਕਾਲਾ ਸਾਹਿਬ ਵਿਖੇ, ਅਤੇ ਉਸ ਵੇਲੇ ਸ਼ੀਹਾਂ ਮਸੰਦ ਸਾਰਾ ਹੀ ਸਮਾਨ ਚੁੱਕ ਕੇ ਲੈ ਗਿਆ ਸੀ ਮਹਾਰਾਜ ਦੇ ਘਰ ਦਾ। ਮੱਖਣ ਸ਼ਾਹ ਲੁਬਾਣੇ ਨੂੰ ਪਤਾ ਲੱਗਾ ਅਤੇ ਸਾਰਾ ਸਮਾਨ ਵਾਪਸ ਲਿਆਂਦਾ, ਔਰ ਇਸੇ ਤਰ੍ਹਾਂ ਧੀਰਮਲ ਦਾ ਵੀ ਸਮਾਨ ਵਾਪਸ ਲੈ ਆਂਦਾ, ਜਿਹਦੀ ਆਪਾਂ ਸਾਖੀ ਸਰਵਣ ਕਰਦੇ ਪਏ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਪਤਾ ਲੱਗਾ ਵੀ ਮੇਰੇ ਸਿੱਖਾਂ ਨੇ ਸਾਡਾ ਸਮਾਨ ਤੇ ਵਾਪਸ ਲੈ ਹੀ ਆਂਦਾ ਸਾਡੇ ਘਰ ਦਾ, ਬਲਕਿ ਧੀਰਮਲ ਦਾ ਵੀ ਲੈ ਆਂਦਾ। ਮਹਾਰਾਜ ਕਹਿੰਦੇ ਨਹੀਂ ਭਾਈ, ਸਾਰਾ ਕੁਝ ਹੀ ਵਾਪਸ ਕਰ ਦਿਓ। ਧੀਰਮਲ ਦੇ ਘਰੋਂ ਜਿਹੜਾ ਸਮਾਨ ਲਿਆਂਦਾ ਨਾ, ਉਹ ਵਾਪਸ ਕਰ ਦਿਓ। ਜਿਹੜਾ ਆਪਣੇ ਘਰ ਦਾ ਸਮਾਨ ਉਹ ਲੈ ਕੇ ਗਿਆ, ਇਹ ਵੀ ਵਾਪਸ ਕਰ ਦਿਓ। ਹੁਣ ਸਿੱਖਾਂ ਨੇ ਬਚਨ ਮੰਨਿਆ, ਮਹਾਰਾਜ ਦਾ ਸਾਰਾ ਸਮਾਨ ਵਾਪਸ ਕੀਤਾ, ਪਰ ਉਹ ਸਮਾਨ ਦੇ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਇਆ, ਜਿਹਦੀ ਹੁਣੇ ਸਾਖੀ ਆਪਾਂ ਸਰਵਣ ਕੀਤੀ ਹੈ। ਇਹ ਧੀਰਮਲ ਉਹ ਸਰੂਪ ਕਰਤਾਰਪੁਰ ਸਾਹਿਬ ਤੋਂ ਬਾਬਾ ਬਕਾਲਾ ਸਾਹਿਬ ਵਿਖੇ ਤਾਂ ਲੈ ਕੇ ਆਇਆ ਸੀ ਵੀ ਮੇਰਾ ਗੁਰੂ ਬਣਨ ਦਾ ਦਾਅਵਾ ਜਿਹੜਾ ਉਹ ਭਾਰੀ ਹੋਵੇ, ਮੈਂ ਸਿੱਖਾਂ ਨੂੰ ਕਹਿ ਸਕਾਂਗਾ ਵੀ ਆਹ ਵੇਖੋ ਮੇਰੇ ਕੋਲ ਗੁਰੂ ਦਾ ਸਰੂਪ ਹੈ, ਮੇਰਾ ਦਾਅਵਾ ਭਾਰੀ ਹੋਵੇਗਾ। ਪਰ ਉਹ ਮਹਾਰਾਜ ਦਾ ਸਿੱਖ ਮੱਖਣ ਸ਼ਾਹ ਲਬਾਣਾ ਉਹ ਸਰੂਪ ਲੈ ਗਿਆ ਸੀ ਇਹਦੇ ਘਰੋਂ ਆ ਕੇ, ਜ਼ੋਰ ਦੇ ਨਾਲ ਵੀ ਲੈ ਕੇ ਚੱਲਿਆ, ਲੈ ਰੋਕ ਕੇ ਵਿਖਾ ਜੇ ਰੋਕ ਸਕਦਾ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਤਾ ਲੱਗਿਆ, ਮਹਾਰਾਜ ਕਹਿੰਦੇ ਭਾਈ ਸਮਾਨ ਮੋੜ ਕੇ ਆਓ। ਸਮਾਨ ਤੇ ਮੋੜ ਦਿੱਤਾ ਗਿਆ, ਪਰ ਉਹ ਸਰੂਪ ਨਹੀਂ ਮੋੜਿਆ। ਸਿੱਖਾਂ ਦੇ ਮਨ ਵਿੱਚ ਇਹ ਸੀ ਵੀ ਇਹ ਗੁਰਾਂ ਦੀ ਬਾਣੀ ਹੈ, ਅਤੇ ਗੁਰੂ ਇਸ ਵੇਲੇ ਗੁਰੂ ਤੇਗ ਬਹਾਦਰ ਨੇ ਵੀ ਇਹਦੇ ਉੱਪਰ ਗੁਰੂ ਦਾ ਹੀ ਹੱਕ ਹੈ, ਕਿਸੇ ਦੂਜੇ ਬੰਦੇ ਦਾ, ਰਿਸ਼ਤੇਦਾਰ ਦਾ ਨਹੀਂ ਹੈ। ਮਾਤਾ ਨਾਨਕੀ ਜੀ ਨੇ ਵੀ ਕਹਿ ਦਿੱਤਾ, ਜੋ ਗੁਰੂ ਤੇਗ ਬਹਾਦਰ ਮਹਾਰਾਜ ਦੇ ਮਾਤਾ ਜੀ, ਉਹਨਾਂ ਨੇ ਵੀ ਕਹਿ ਦਿੱਤਾ ਵੀ ਰੱਖ ਲਓ ਸਰੂਪ, ਇਹ ਨਹੀਂ ਆਪਾਂ ਦੇਣਾ ਹੈ। ਸਰੂਪ ਰੱਖ ਲਿਆ ਘਰ ਦੇ ਵਿੱਚ।
ਜਦੋਂ ਮਹਾਰਾਜ ਸਾਹਿਬ ਜੀਆਂ ਨੇ ਬਾਬੇ ਬਕਾਲੇ ਨੂੰ ਛੱਡਿਆ ਨਾ, ਬਾਬਾ ਬਕਾਲਾ ਛੱਡ ਕੇ ਮਹਾਰਾਜ ਇੱਧਰ ਨੂੰ ਆਉਣ ਲੱਗੇ ਕੀਰਤਪੁਰ ਸਾਹਿਬ ਨੂੰ, ਸਾਰੇ ਪਰਿਵਾਰ ਦੇ ਸਮੇਤ ਸੰਗਤਾਂ ਦੇ ਸਮੇਤ ਜਦੋਂ ਮਹਾਰਾਜ ਬਿਆਸ ਦਰਿਆ ਦੇ ਕਿਨਾਰੇ ਪਹੁੰਚੇ ਨਾ, ਤੇ ਉਹ ਸਿੱਖ ਮਹਾਰਾਜ ਦਾ ਸਰੂਪ ਪੀੜੇ ਤੇ ਰੱਖ ਕੇ ਰੁਮਾਲਾ ਦੇ ਕੇ ਤੇ ਚੱਕੀ ਲਿਆਉਣ। ਸਤਿਗੁਰਾਂ ਦੀ ਨਜ਼ਰ ਪਈ। ਮਹਾਰਾਜ ਕਹਿੰਦੇ ਭਾਈ ਇਹ ਕੀ ਲੈ ਕੇ ਆਓ? ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਹੁਣ ਦੱਸਣਾ ਪਿਆ ਵੀ ਇਹ ਤੇ ਸਰੂਪ ਮਹਾਰਾਜ ਦਾ। ਸਤਿਗੁਰੂ ਕਹਿੰਦੇ ਕਿੱਥੋਂ ਲਿਆਂਦਾ ਹੈ? ਫਿਰ ਇਹ ਵੀ ਦੱਸਣਾ ਪਿਆ ਵੀ ਇਹ ਤੇ ਧੀਰਮਲ ਦਾ ਸਰੂਪ ਹੈ। ਮਹਾਰਾਜ ਕਹਿੰਦੇ ਤੁਹਾਨੂੰ ਕਿਹਾ ਸੀ ਵਾਪਸ ਕਰ ਦਿਓ, ਕੀਤਾ ਕਿਉਂ ਨਹੀਂ ਹੈ? ਮਹਾਰਾਜ ਜੀ ਮਾਤਾ ਜੀ ਨੇ ਰੋਕਿਆ ਵੀ ਇਹ ਵੱਡਿਆਂ ਸਤਿਗੁਰਾਂ ਦੀ ਬਾਣੀ ਇਹ ਰੱਖਣੀ ਚਾਹੀਦੀ ਹੈ ਕੋਲ। ਧੀਰਮਲ ਕੌਣ ਹੁੰਦਾ? ਇਹ ਸਰੂਪ ਲੈਣ ਵਾਲਾ। ਮਹਾਰਾਜ ਕਹਿੰਦੇ ਨਹੀਂ ਭਾਈ ਇਹ ਗਲਤ ਕੀਤਾ ਤੁਸੀਂ, ਇਹ ਸਰੂਪ ਧੀਰਮਲ ਦੇ ਕੋਲ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਛੱਡਿਆ ਉਹਨਾਂ ਦੇ ਕੋਲ, ਸਾਡੇ ਪਿਤਾ ਨੇ, ਇਹ ਉਸੇ ਦੇ ਕੋਲ ਹੀ ਰਹਿਣਾ ਚਾਹੀਦਾ ਹੈ, ਇਸ ਕਰਕੇ ਉਸ ਨੂੰ ਦੇ ਦਿਓ। ਮਹਾਰਾਜ ਕਿਵੇਂ ਦਈਏ? ਸਿੱਖ ਬਹਾਨਾ ਲਾਉਣ ਲੱਗ ਪਏ। ਮਹਾਰਾਜ ਹੁਣ ਕਿੱਥੇ ਮਿਲੇਗਾ ਧੀਰਮਲ, ਕਿਵੇਂ ਦੇਵਾਂਗੇ, ਕੀ ਹੋਵੇਗਾ? ਸਤਿਗੁਰੂ ਕਹਿੰਦੇ ਫਿਰ ਇਸ ਤਰ੍ਹਾਂ ਕਰੋ, ਬਿਆਸ ਦਰਿਆ ਦੇ ਪਾਣੀ ਵਿੱਚ ਹੀ ਰੱਖ ਦਿਓ। ਸਿੱਖ ਹੈਰਾਨ ਹੋ ਗਿਆ, ਮਹਾਰਾਜ ਪਾਣੀ ਨਾਲ ਤੇ ਸਰੂਪ ਦੇ ਅੰਗ ਖਰਾਬ ਹੋ ਜਾਣਗੇ, ਇਹ ਸਰੂਪ ਗਲ ਜਾਏਗਾ, ਅੰਗ ਗਲ ਜਾਣਗੇ। ਪਾਤਸ਼ਾਹ ਕਹਿੰਦੇ ਕੁਝ ਨਹੀਂ ਹੁੰਦਾ, ਬਿਆਸ ਦਰਿਆ ਦੇ ਪਾਣੀ 'ਚ ਰੱਖ ਦਿਓ। ਪਾਣੀ ਦੇ ਵਿੱਚ ਸਰੂਪ ਰਖਾਇਆ ਸਮੇਤ ਪੀੜੇ ਦੇ। ਇੰਨੇ ਚਿਰ ਨੂੰ ਇੱਕ ਵਿਅਕਤੀ ਵੀ ਆ ਗਿਆ ਜਿਹੜਾ ਦਰਿਆ ਪਾਰ ਕਰਨ ਵਾਲਾ। ਮਹਾਰਾਜ ਨੇ ਪੁੱਛਿਆ ਭਾਈ ਕਿੱਥੇ ਚੱਲਿਆ? ਕਹਿੰਦਾ ਜੀ ਕਰਤਾਰਪੁਰ ਸਾਹਿਬ ਚੱਲਿਆ। ਸਤਿਗੁਰੂ ਕਹਿੰਦੇ ਉੱਥੇ ਧੀਰਮਲ ਹੈ, ਉਹਨੂੰ ਜਾ ਕੇ ਸੁਨੇਹਾ ਦੇ ਦੀ ਵੀ ਤੇਰਾ ਸਰੂਪ ਅਸੀਂ ਦਰਿਆ ਦੇ ਵਿੱਚ ਰਖਾ ਦਿੱਤਾ, ਤੂੰ ਆਪਣੀ ਇਮਾਨਤ ਆ ਕੇ ਇੱਥੋਂ ਲੈ ਜਾ। ਉਹ ਰਾਹਗੀਰ ਜਿਹੜਾ ਸੀ ਨਾ ਪਾਂਧੀ, ਉਹਨੇ ਜਾ ਕੇ ਧੀਰਮਲ ਨੂੰ ਦੱਸਿਆ। ਧੀਰਮਲ ਛੇਤੀ ਨਾਲ ਬੰਦੇ ਲੈ ਕੇ, ਗੋਤਾਖੋਰ ਨਾਲ ਲੈ ਕੇ ਬਿਆਸ ਦਰਿਆ ਦੇ ਕਿਨਾਰੇ ਪਹੁੰਚ ਗਿਆ। ਆ ਕੇ ਬੜੀਆਂ ਟੁੱਬੀਆਂ ਮਾਰੀਆਂ, ਬੜੇ ਯਤਨ ਕੀਤੇ, ਪਰ ਹੱਥ ਵਿੱਚ ਗਾਰ ਮਿੱਟੀ ਲੱਗੇ, ਰੁੱਖਾਂ ਦੀਆਂ ਟਾਹਣੀਆਂ, ਰੁੱਖ ਹੱਥ ਨੂੰ ਲੱਗਿਆ ਕਰਨ, ਸਰੂਪ ਨਾ ਮਿਲਿਆ। ਬੜਾ ਦਿਨ 2-3 ਦਿਨ ਖਪਦਾ ਰਿਹਾ, ਸਰੂਪ ਨਹੀਂ ਮਿਲਿਆ ਹੈ। ਫਿਰ ਕਿਸੇ ਸਿਆਣੇ ਸਿੱਖ ਨੇ, ਭਾਵਨਾ ਵਾਲੇ ਨੇ ਆਖਿਆ, ਕਹਿਣ ਲੱਗੇ ਧੀਰਮਲ ਅਰਦਾਸ ਕਰ, ਅਰਦਾਸ ਤੋਂ ਬਿਨਾਂ ਕਾਰਜ ਸਿੱਧ ਨਹੀਂ ਹੋਵੇਗਾ। ਬਚਨ ਮੰਨ ਕੇ ਅਰਦਾਸ ਕਰਦਾ, ਪਰ ਅਰਦਾਸ ਕਰਦਾ ਗੁਰੂ ਹਰਕ੍ਰਿਸ਼ਨ ਮਹਾਰਾਜ ਸਾਹਿਬ ਜੀ ਤੱਕ ਨਾਮ ਲੈਂਦਾ, ਗੁਰੂ ਪਾਤਸ਼ਾਹ ਦਾ, ਪਹਿਲੇ ਗੁਰੂ ਤੋਂ ਲੈ ਕੇ 8ਵੇਂ ਗੁਰੂ ਤੱਕ। ਤੇ 9ਵਾਂ ਗੁਰੂ ਆਪਣੇ ਆਪ ਨੂੰ ਬਣਦਾ ਹੈ ਵੀ 9ਵਾਂ ਗੁਰੂ ਮੈਂ ਹਾਂ। ਗੁਰੂ ਤੇਗ ਬਹਾਦਰ ਦਾ ਨਾਮ ਹੀ ਨਹੀਂ ਲਿਆ ਅਰਦਾਸ ਕਰਦਿਆਂ। ਟੁੱਬੀਆਂ ਫਿਰ ਵੀ ਲਵਾਈਆਂ, ਫਿਰ ਵੀ ਨਹੀਂ ਮਿਲਿਆ। ਸਿੱਖਾਂ ਨੇ ਆਖਿਆ, ਕਹਿਣ ਲੱਗੇ ਧੀਰਮਲ ਇਹ ਕੰਨ ਫੜਨੇ ਪੈਣੇ, ਭਾਵੇਂ ਸਿੱਧੇ ਹੋ ਕੇ ਫੜ ਲਾ, ਭਾਵੇਂ ਵੱਲ ਪਾ ਕੇ ਫੜ ਲਾ, ਜਿੰਨਾ ਚਿਰ ਤੇਰੇ ਮੂੰਹ ਇਹ ਬਚਨ ਨਹੀਂ ਨਾ ਨਿਕਲੇਗਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪ ਕਿਰਪਾ ਕਰੋ ਸਭ ਥਾਈ ਹੋਏ, ਜਿੰਨਾ ਚਿਰ ਇਹ ਬਚਨ ਨਹੀਂ ਕਰੇਗਾ ਧੀਰਮਲ, ਉਨਾ ਚਿਰ ਪ੍ਰਾਪਤੀ ਨਹੀਂ ਹੋਣੀ ਹੈ। ਧੀਰਮਲ ਨੂੰ ਹੁਣ ਪਤਾ ਲੱਗਿਆ ਵੀ ਨਹੀਂ, ਮੇਰੇ ਯਤਨ ਸਾਰੇ ਜਿਹੜੇ ਨੇ ਕਾਮਯਾਬ ਨਹੀਂ ਹੋਏ। ਬਿਆਸ ਦੇ ਕੰਢੇ ਤੇ ਖੜ ਕੇ ਜਿਹੜਾ ਆਖਦਾ ਵੀ 9ਵਾਂ ਗੁਰੂ ਮੈਂ ਹਾਂ, ਅੱਜ ਉਹਨੂੰ ਅਰਦਾਸ ਕਰਨੀ ਪਈ ਹੈ। ਸਾਰੇ ਗੁਰੂਆਂ ਦਾ ਨਾਮ ਲੈ ਕੇ ਫਿਰ ਇਹ ਬਚਨ ਕਹਿਣਾ ਪਿਆ, ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ ਧਾਏ ਸਭ ਥਾਈ ਹੋਏ। ਜਦੋਂ ਇਹ ਅਰਦਾਸ ਕੀਤੀ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਮ ਦੇ ਨਾਲ ਗੁਰੂ ਸ਼ਬਦ ਲਾਇਆ ਨਾ, ਅਜੇ ਅਰਦਾਸ ਕਰਕੇ ਗੋਤਾਖੋਰ ਨੂੰ ਆਖਿਆ ਵੀ ਹੁਣ ਟੁੱਬੀ ਮਾਰੋ। ਤੇ ਇਤਿਹਾਸਕਾਰ ਕਹਿੰਦੇ ਨੇ ਜਦੋਂ ਟੁੱਬੀ ਮਾਰੀ ਤੇ ਟੁੱਬੀ ਮਾਰਦਿਆਂ ਹੀ ਜਾਂਦਿਆਂ ਹੀ ਮਹਾਰਾਜ ਦੇ ਪੀੜੇ ਦੇ ਪਾਵੇ ਨੂੰ ਹੱਥ ਪੈ ਗਿਆ। ਪੀੜੇ ਨੂੰ ਹੱਥ ਪਿਆ, ਪੀੜਾ ਬਾਹਰ ਲੈ ਆਂਦਾ ਪਾਣੀ। ਜਦੋਂ ਰੁਮਾਲੇ ਉਤਾਰ ਕੇ ਵੇਖਿਆ ਤੇ ਐ ਬਿਲਕੁਲ ਸਰੂਪ ਸਾਫ਼ ਤੇ ਕੋਈ ਪਾਣੀ ਦੀ ਬੂੰਦ ਤੱਕ ਨਹੀਂ ਲੱਗੀ ਹੈ। ਬੋਲੇ ਸੋ ਨਿਹਾਲ। ਇਸ ਤਰ੍ਹਾਂ ਸਰੂਪ ਕੱਢ ਕੇ ਇਹ ਧੀਰਮਲ ਲੈ ਗਿਆ। ਬਚਨ ਇਹ ਹੈ ਵੀ ਗੁਰਮੁਖੋ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਨਾਂ ਲੈ ਤੇ ਬਿਨਾਂ ਕਾਰਜ ਸਿੱਧ ਹੀ ਨਹੀਂ ਹੁੰਦਾ ਹੈ। ਧੀਰਮਲ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਪੋਤਰਾ ਹੈ, ਗੁਰੂ ਹਰ ਰਾਏ ਪਾਤਸ਼ਾਹ ਜੀ ਦਾ ਵੱਡਾ ਭਰਾ ਹੈ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਤਾਇਆ ਜੀ ਲੱਗਦੇ ਰਿਸ਼ਤੇਦਾਰੀ ਦੇ ਵਿੱਚ। ਪਰ ਯਤਨ ਤੇ ਉਹਨੇ ਵੀ ਬੜੇ ਕਰ ਲਏ, ਪਰ ਜਿੰਨਾ ਚਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਨਾਮ ਨਹੀਂ ਲੈ ਸਕਿਆ ਉਹਨਾਂ ਚਿਰ ਕਾਰਜ ਸਫਲਾ ਹੀ ਨਹੀਂ ਹੋਇਆ ਹੈ। 10ਵੇਂ ਪਾਤਸ਼ਾਹ ਨੇ ਉਹ ਬਚਨ ਫਿਰ ਲਿਖਿਆ, ਕਹਿਣ ਲੱਗੇ ਸਭ ਥਾਈ ਹੋਏ, ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਸਹਾਇਤਾ ਨਹੀਂ ਕਰ ਸਕਦੇ। ਤਿੱਥੈ ਤੂੰ ਸਮਰੱਥ ਜਿੱਥੈ ਕੋਈ
ਐਸੀ ਨਾਮ ਦੀ ਮਹਿਮਾ ਹੈ ਨਾਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ। ਸੋ ਸਤਿਗੁਰੂ ਦੀ ਬਾਣੀ ਆਪਾਂ ਸਰਵਨ ਕਰਨ ਜਾ ਰਹੇ ਹਾਂ। ਮਾਰੂ ਮਹੱਲਾ ਨਾਵਾਂ, ਨਾਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ। ਮਾਰੂ ਰਾਗ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦੀ ਵਡਿਆਈ ਆਪਾਂ ਸਰਵਨ ਕੀਤੀ ਹੈ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ, ਐਸੇ ਸਤਿਗੁਰਾਂ ਦੀ ਬਾਣੀ ਹੈ। ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ। ਗੁਰਮੁਖੋ, ਜੋ ਸਤਿਗੁਰੂ ਨੇ ਉਹ ਸਮਰੱਥ ਨੇ, ਪਰ ਸਤਿਗੁਰੂ ਉਪਦੇਸ਼ ਦਿੰਦੇ ਨੇ ਆਪਣੇ ਉੱਪਰ ਲੈ ਕੇ। ਬਚਨ ਇਹ ਆ ਵੀ ਤਿੰਨ ਤਰ੍ਹਾਂ ਦਾ ਭਗਤਾ, ਤਿੰਨ ਤਰ੍ਹਾਂ ਦਾ ਕਹਿਣ ਵਾਲਾ ਵਿਦਵਾਨਾਂ ਨੇ ਲਿਖਿਆ ਹੈ। ਇੱਕ ਵਿਦਵਾਨ ਉਹ ਹੁੰਦਾ ਹੈ, ਭਗਤਾ ਕਹਿਣ ਵਾਲਾ ਉਹ ਹੁੰਦਾ, ਇਹ ਉਪਦੇਸ਼ ਤੁਹਾਡੇ ਵਾਸਤੇ ਹੈ, ਤੁਸੀਂ ਇਸ ਤਰ੍ਹਾਂ ਕਰੋ। ਉਹਨੂੰ ਜਿਹੜਾ ਹੈ ਉਹ ਕਨਿਸ਼ਟ ਭਗਤਾ ਮੰਨਿਆ ਹੈ। ਕਨਿਸ਼ਟ ਕੀ ਹੈ? ਵੀ ਮੈਂ ਨਹੀਂ, ਤੁਸੀਂ ਇਹ ਬਚਨ ਮੰਨਣਾ ਹੈ, ਤੁਸੀਂ ਇਹ ਕੰਮ ਕਰਨਾ ਹੈ। ਉਸ ਤੋਂ ਥੋੜ੍ਹਾ ਜਿਹਾ ਉੱਪਰ ਹੋਰ ਆ ਜਾਂਦਾ ਚੰਗਾ। ਚੰਗਾ ਉਹਨੂੰ ਮੰਨਿਆ ਹੈ ਜਿਹੜਾ ਇਹ ਗੱਲ ਕਵੇ ਕਿ ਭਾਈ ਇਹ ਉਪਦੇਸ਼ ਮੇਰੇ ਵਾਸਤੇ ਵੀ ਹੈ ਔਰ ਤੁਹਾਡੇ ਵਾਸਤੇ, ਆਪਣੇ ਸਾਰਿਆਂ ਵਾਸਤੇ, ਆਪਾਂ ਸਾਰਿਆਂ ਨੇ ਇਹ ਕੰਮ ਕਰਨਾ ਹੈ, ਮੈਂ ਵੀ ਤੁਹਾਡੇ ਨਾਲ ਹੀ ਹਾਂ। ਉਹਨੂੰ ਮੱਧਮ ਆਖਿਆ ਹੈ। ਥੋੜ੍ਹਾ ਜਿਹਾ ਚੰਗੀ ਉਹਦੀ ਕੈਟਾਗਰੀ ਆ ਗਈ ਹੈ। ਥੋੜ੍ਹਾ ਜਿਹਾ ਚੰਗਾ ਵੀ ਜਿਹੜਾ ਆਪਣੇ ਆਪ ਨੂੰ ਦੂਜਿਆਂ ਨਾਲ ਮਿਲਾਈ ਬੈਠਾ ਹੈ। ਉੱਤਮ ਭਗਤਾ, ਸਭ ਤੋਂ ਸ੍ਰੇਸ਼ਟ ਭਗਤਾ ਕਹਿਣ ਵਾਲਾ ਉਹ ਹੈ ਜਿਹੜਾ ਇਹ ਗੱਲ ਕਵੇ ਵੀ ਇਹ ਜਿਹੜਾ ਉਪਦੇਸ਼ ਹੈ ਇਹ ਕੇਵਲ ਮੇਰੇ ਮਨ ਵਾਸਤੇ ਹੈ, ਮੇਰੇ ਵਾਸਤੇ ਹੈ, ਮੈਂ ਆਪਣਾ ਪਹਿਲਾਂ ਮਨ ਸੁਧਾਰਾਂ ਫਿਰ ਮੈਂ ਦੁਨੀਆ ਨੂੰ ਕੁਝ ਕਵਾਂਗਾ। ਉਹਨੂੰ ਉੱਤਮ ਭਗਤਾ ਆਖਿਆ ਹੈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਉੱਤਮ ਭਗਤੇ ਨੇ, ਮਨ ਨੂੰ ਉਪਦੇਸ਼ ਦਿੰਦੇ ਪਏ, ਆਪਣੇ ਮਨ ਨੂੰ। ਗੁਰੂ ਪਾਤਸ਼ਾਹ ਹੈ ਤੇ ਰੱਬ ਦਾ ਹੀ ਰੂਪ ਨੇ, ਪਰਮੇਸ਼ਰ ਨੇ, ਪਰ ਸਾਨੂੰ ਸਿੱਖਿਆ ਦੇਣ ਵਾਸਤੇ ਉਹ ਬਚਨ ਆਪਣੇ ਆਪ ਤੇ ਲਾਉਂਦੇ ਪਏ। ਇਹਦਾ ਮਤਲਬ ਇਹ ਨਹੀਂ ਹੈ ਵੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਮਨ ਦੇ ਵਿੱਚ ਕੋਈ ਮਾਣ ਹੈ, ਕੋਈ ਹੰਕਾਰ ਹੈ, ਨਹੀਂ। ਉਹ ਉੱਤਮ ਭਗਤੇ ਨੇ। ਕਿਸੇ ਨੂੰ ਕਹਿਣ ਦੀ ਬਜਾਏ ਆਪਣੇ ਮਨ ਨੂੰ ਹੀ ਕਹਿੰਦੇ ਪਏ, ਸਮਝਾਉਂਦੇ ਸਾਨੂੰ ਪਏ। ਕਹਿਣ ਲੱਗੇ ਮਾਈ, ਮਾਈ ਤੋਂ ਭਾਵ ਹੈ ਹੇ ਭਾਈ, ਹੇ ਭਰਾਵੋ, ਹੇ ਸਿੱਖੋ, ਬਚਨ ਸੁਣੋ। ਮੈਂ ਤੋਂ ਭਾਵ ਹੈ ਹੰਕਾਰ, ਮੈਂ ਮੇਰੀ। ਇਹ ਬੰਦਾ ਜਿਹੜਾ ਹੈ ਸਾਰੀ ਉਮਰ ਆਪਣੇ ਮਨ ਦੇ ਵਿੱਚੋਂ ਮੈਂ ਮੇਰੀ ਦਾ ਤਿਆਗ ਨਹੀਂ ਕਰਦਾ, ਮਾਣ ਦਾ ਤਿਆਗ ਨਹੀਂ ਕਰਦਾ ਹੈ। ਕੋਈ ਨਿੱਕੀ ਜਿਹੀ ਗੱਲ ਹੋ ਜਾਂਦੀ ਹੈ ਨਾ, ਉੱਥੇ ਕਹਿੰਦਾ ਇਹ ਕੰਮ ਮੈਂ ਕੀਤਾ ਹੈ, ਇਹ ਕੰਮ ਮੈਂ ਕਰਵਾਇਆ ਹੈ। ਤੇ ਜੇ ਕੰਮ ਕੋਈ ਦੂਜਾ ਵੀ ਕਰ ਦੇਵੇ, ਹਾਂ ਮੈਂ ਲੰਘਦੇ ਜਾਂਦੇ ਨੇ ਸਲਾਹ ਦਿੱਤੀ ਸੀ, ਆਪਣੇ ਆਪ ਤੇ ਹੀ ਗੱਲ ਟਿਕਾਉਂਦਾ ਵੀ ਮੈਂ ਸਲਾਹ ਦਿੱਤੀ ਤਾਂ ਹੋਇਆ। ਮਹਾਰਾਜ ਕਹਿਣ ਲੱਗੇ ਮਨ ਦੇ ਮਾਣ ਨੂੰ ਕਦੇ ਤਿਆਗਦਾ ਨਹੀਂ ਹੈ। ਨਿੱਕੀ ਨਿੱਕੀ ਗੱਲ ਤੇ ਮਨ ਦਾ ਮਾਣ ਕਰਕੇ ਬੈਠ ਜਾਂਦਾ ਹੈ। ਜਿੰਨਾ ਚਿਰ ਮਨ ਦਾ ਮਾਣ ਨਹੀਂ ਤਿਆਗਦਾ ਉਹਨਾਂ ਚਿਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਮਾਣ ਕਿਸ ਗੱਲ ਦਾ? ਮੇਰੇ ਵਰਗੀ ਕੋਈ ਵਿਦਿਆ ਪੜ੍ਹਿਆ ਨਹੀਂ, ਮੇਰੇ ਵਰਗੀ ਕਿਸੇ ਕੋਲ ਡਿਗਰੀ ਨਹੀਂ, ਇਹ ਮਾਣ ਹੈ। ਮੇਰੇ ਵਰਗੀ ਜਾਤ ਕਿਸੇ ਦੀ ਨਹੀਂ ਹੈ, ਮਾਣ ਹੈ। ਮੇਰੇ ਵਰਗਾ ਤਗੜਾ ਸਰੀਰ ਕਿਸੇ ਦਾ ਨਹੀਂ, ਮਾਣ ਹੈ। ਮੇਰੇ ਵਰਗੀ ਧਨ ਸੰਪਤੀ ਕਿਸੇ ਕੋਲ ਨਹੀਂ, ਮਾਣ ਹੈ। ਮੇਰਾ ਬੜਾ ਹੀ ਉੱਚਾ ਖਾਨਦਾਨ ਹੈ, ਇਹ ਮਾਣ ਹੈ। ਇਹ ਮਾਣ ਛੱਡਦਾ ਹੀ ਨਹੀਂ, ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਣ ਆ ਹੀ ਜਾਂਦਾ ਹੈ। ਪਾਤਸ਼ਾਹ ਕਹਿੰਦੇ ਭਾਈ ਇਹ ਮਨ ਦੇ ਮਾਣ ਨੂੰ ਕਦੇ ਛੱਡਦਾ ਹੀ ਨਹੀਂ ਹੈ, ਹਰ ਵੇਲੇ ਮਨ ਵਿੱਚ ਮਾਣ ਬਣਾ ਕੇ, ਹੰਕਾਰ ਬਣਾ ਕੇ ਰੱਖਦਾ ਹੈ। ਐਸੀ ਹਾਲਤ ਜੀਵ ਦੀ ਬਣੀ ਹੈ। ਮਾਇਆ ਕੇ ਮਦ ਜਨਮ ਸਿਰ ਆਇਓ। ਮਾਇਆ ਦਾ ਮਦ ਨਸ਼ਾ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਵੱਡੇ ਭਰਾ ਨੇ ਬਾਬਾ ਮਹਾਦੇਵ ਜੀ। ਬਾਬਾ ਮਹਾਦੇਵ ਜੀ ਪਹਿਲਾਂ ਜਦੋਂ ਪ੍ਰਿਥੀ ਚੰਦ ਨੇ ਲੜਾਈ ਕੀਤੀ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਉਸ ਵੇਲੇ ਮਹਾਦੇਵ ਨੇ ਪੱਖ ਲਿਆ ਪ੍ਰਿਥੀ ਚੰਦ ਦਾ, ਗੁਰੂ ਅਰਜਨ ਦੇਵ ਮਹਾਰਾਜ ਦਾ ਨਹੀਂ। ਜਦੋਂ ਉਹਨੇ ਵੇਖਿਆ ਨਾ ਵੀ ਪ੍ਰਿਥੀ ਚੰਦ ਗਲਤ ਹੈ, ਵੀ ਇਹ ਤਾਂ ਈਰਖਾ ਹੀ ਕਰਦਾ ਪਿਆ, ਫਿਰ ਉਹ ਪ੍ਰਿਥੀ ਚੰਦ ਨੂੰ ਛੱਡ ਕੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਆ ਗਿਆ। ਫਿਰ ਆ ਕੇ ਉਹਨਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਤੁਸੀਂ ਮੇਰੇ ਭਾਵੇਂ ਭਰਾ ਛੋਟੇ ਹੋ ਪਰ ਬੈਠੇ ਪਿਤਾ ਦੇ ਸਥਾਨ 'ਤੇ ਹੋ, ਬੜੇ ਸਤਿਕਾਰਯੋਗ ਹੋ, ਤੁਸੀਂ ਗੁਰੂ ਹੋ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਨਿਹਾਲ ਕਰੋ ਉਪਦੇਸ਼ ਦੇ ਕੇ। ਉਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ। ਗੁਰ ਹਾਈ ਆਪਣੇ ਪਿਤਾ ਜੀ ਕੋਈ ਨੇ, ਗੁਰੂ ਰਾਮਦਾਸ ਪਾਤਸ਼ਾਹ, ਆਪਾਂ ਗੁਰੂ ਭਰਾ ਵੀ ਹਾਂ ਅਤੇ ਸਕੇ ਭਰਾ ਵੀ ਹਾਂ, ਤੂੰ ਮੇਰਾ ਗੁਰ ਹਾਈ। ਸੁਨ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ।
ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀ ਬਚਨ ਕੀਤਾ ਸੀ? ਕਹਿਣ ਲੱਗੇ ਮਾਨ ਨਾ ਕੀਜੈ ਸਰਨ ਪਰੀਜੈ, ਜੋ ਕਰੈ ਸੋ ਭਲਾ ਮਨਾਈਐ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਸੀ ਮਾਨ ਨਾ ਕੀਜੈ। ਬਾਬਾ ਮਹਾਦੇਵ ਮੇਰੇ ਵੱਡੇ ਭਰਾ, ਇਹ ਮਾਨ ਨਾ ਕਰੀ ਵੀ ਮੈਂ ਗੁਰੂ ਰਾਮਦਾਸ ਮਹਾਰਾਜ ਦਾ ਪੁੱਤਰ ਹਾਂ, ਮਾਨ ਵਿੱਚੋਂ ਕੁਝ ਨਹੀਂ ਮਿਲਿਆ ਹੈ। ਇਹ ਮਾਨ ਨਾ ਕਰੀ ਵੀ ਮੈਂ ਮਹਾਰਾਜ ਦਾ ਪੁੱਤਰ ਹਾਂ। ਇਹ ਮਾਨ ਨਾ ਕਰੀ ਵੀ ਮੈਂ ਵਿਆਹ ਹੀ ਨਹੀਂ ਕਰਵਾਇਆ। ਮਹਾਦੇਵ ਨੇ ਵਿਆਹ ਨਹੀਂ ਸੀ ਕਰਵਾਇਆ, ਬੜੇ ਤਿਆਗੀ ਮਹਾਂਪੁਰਖ ਸਨ। ਇਹ ਵੀ ਮਾਨ ਨਹੀਂ ਕਰਨਾ ਵੀ ਮੈਂ ਨਹੀਂ ਵਿਆਹ ਕਰਾਇਆ, ਵੇਖੋ ਮੈਂ ਕਿੱਡਾ ਤਿਆਗੀ ਹਾਂ। ਮਾਨ ਨਹੀਂ ਕਰਨਾ ਮੈਂ ਗੁਰੂ ਰਾਮਦਾਸ ਜੀ ਦਾ ਪੁੱਤਰ ਹਾਂ। ਮਾਨ ਨਾ ਕੀਜੈ ਸ਼ਰਨ ਪਰੀਜੈ, ਸ਼ਰਨ ਵਿੱਚ ਪਵੇਗਾ ਤੇ ਤਾਂ ਗੱਲ ਬਣਨੀ ਹੈ, ਮਾਨ ਕਰਕੇ ਗੱਲ ਨਹੀਂ ਬਣਨੀ ਹੈ। ਵੇਖੋ ਗੁਰੂ ਪੁੱਤਰ ਹੈ ਤੇ ਗੁਰੂ ਭਰਾ ਹੈ ਬਾਬਾ ਮਹਾਦੇਵ ਜੀ, ਤੇ ਸਤਿਗੁਰੂ ਉਹਨੂੰ ਵੀ ਕਹਿ ਰਹੇ ਨੇ ਭਰਾਵਾ ਇਹ ਮਾਨ ਨਾ ਕਰੀ ਵੀ ਮੈਂ ਗੁਰੂ ਦਾ ਭਰਾ ਹਾਂ ਵੱਡਾ, ਜਾਂ ਮੈਂ ਗੁਰੂ ਦਾ ਪੁੱਤਰ ਹਾਂ ਗਭਲਾ। ਇਹ ਹੰਕਾਰ ਛੱਡ ਪਰੇ ਕਰ, ਜੋ ਕਰੈ ਸੋ ਭਲਾ ਮਨਾਈਏ। ਜੋ ਪਰਮੇਸ਼ਰ ਕਰਦਾ ਪਿਆ ਉਹਦੇ ਭਲੇ ਨੂੰ ਭਲਾ ਕਰਕੇ ਜਾਣਨਾ ਵੀ ਜੋ ਕਰਦਾ ਪਿਆ ਉਹ ਠੀਕ ਕਰਦਾ ਪਿਆ, ਉਹਦੇ ਵਿੱਚ ਕਦੇ ਕਿੰਤੂ ਨਹੀਂ ਕਰਨਾ ਹੈ। ਜੇ ਰੱਬ ਦੀ ਪ੍ਰਾਪਤੀ ਚਾਹੁੰਦੇ ਹੋ ਨਾ, ਰੱਬ ਦੇ ਕੀਤੇ ਵਿੱਚ ਦਖਲ ਅੰਦਾਜ਼ੀ ਨਹੀਂ ਹੈ ਤਾਂ ਪਰਮਾਤਮਾ ਦੀ ਪ੍ਰਾਪਤੀ। ਜੇ ਤੁਸੀਂ ਦਖਲ ਅੰਦਾਜ਼ੀ ਕਰ ਦਿੱਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਸਤਿਗੁਰਾਂ ਨੇ ਸਾਨੂੰ ਜਿਹੜੇ ਕੇਸ ਕੱਟਣ ਤੋਂ ਮਨਾਹੀ ਕੀਤੀ ਹੈ ਨਾ, ਉਹ ਤਾਂ ਕੀਤੀ ਹੈ ਵੀ ਰੱਬ ਦੇ ਰਜਾ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਰੱਬ ਕੇਸ ਦਿੰਦਾ ਪਿਆ ਤੂੰ ਕੱਟਦਾ ਪਿਆ, ਇਹ ਦਖਲ ਅੰਦਾਜ਼ੀ ਹੈ। ਉਹਨਾਂ ਚਿਰ ਤੈਨੂੰ ਪ੍ਰਾਪਤ ਨਹੀਂ ਹੋਵੇਗਾ, ਤੂੰ ਉਹਦੀ ਦਿੱਤੀ ਚੀਜ਼ ਨੂੰ ਮੋੜਦਾ ਪਿਆ। ਕੇਸਾਂ ਦੀ ਬਣਤਰ ਨੂੰ ਵਿਗਾੜ ਦੇਣਾ, ਸਰੀਰ ਦੀ ਬਣਤਰ ਨੂੰ ਵਿਗਾੜਨਾ, ਇਹ ਰੱਬ ਦਾ ਹੁਕਮ ਨਹੀਂ ਹੈ। ਜਿਹੜਾ ਇਹ ਕੰਮ ਕਰਦਾ ਰੱਬ ਉਹਦੇ 'ਤੇ ਖੁਸ਼ ਨਹੀਂ ਹੈ, ਜਿੱਤੇ ਖੁਸ਼ ਨਹੀਂ ਉਹਨੂੰ ਪ੍ਰਾਪਤੀ ਨਹੀਂ। ਮਾਨ ਨਾ ਕੀਜੈ ਸਰਨ ਪਰੀਜੈ, ਜੋ ਕਰੈ ਭਲਾ ਮਨਾਈਐ। ਜੋ ਪਰਮੇਸ਼ਰ ਕਰਦਾ ਉਹਦੇ ਭਾਣੇ ਨੂੰ ਭਲਾ ਕਰਕੇ ਜਾਣਨਾ। ਜੇ ਦੁੱਖ ਦੇ ਤਾਂ ਤੁਝੈ ਆਰਾਧੀ, ਸੁਖ ਭੀ ਤੁਝੈ। ਜੇ ਦੁੱਖ ਆ ਗਿਆ ਨਾ ਤਾਂ ਵੀ ਉਹਦਾ ਸ਼ੁਕਰ ਕਰਨਾ, ਪਰ ਐਸਾ ਕੋਈ ਵਿਰਲਾ ਹੀ ਹੈ ਜਿਹੜਾ ਦੁੱਖ ਦੇ ਵਿੱਚ ਸ਼ੁਕਰ ਕਰਦਾ, ਨਹੀਂ ਤਾਂ ਲੋਕ ਮਿਹਣਾ ਦਿੰਦੇ। ਪਰ ਇਹ ਅਵਸਥਾ ਮਹਾਂਪੁਰਖਾਂ ਦੀ ਹੈ। ਮਹਾਂਪੁਰਖ ਕਿਹੜੇ ਨੇ? ਜਿਹੜੇ ਤਤੀ ਤਵੀ ਤੇ ਬੈਠ ਕੇ ਆਖਦੇ ਤੇਰਾ ਕੀਆ ਮਿੱਠਾ। ਇਹ ਹੈ ਪਰਮਾਤਮਾ ਦੇ ਹੁਕਮ ਨੂੰ ਮੰਨਣਾ। ਤਵੀ ਤਤੀ ਹੈ, ਸਰੀਰ ਬਲਦਾ ਪਿਆ, ਪਰ ਫਿਰ ਵੀ ਪਰਮਾਤਮਾ ਤੇਰਾ ਕੀਤਾ ਬੜਾ ਹੀ ਚੰਗਾ ਹੈ। ਕਰੈ ਸੋ ਭਲਾ ਮਨਾਈਐ। ਕੇਵਲ ਬਚਨ ਲਿਖੇ ਨਹੀਂ ਗੁਰੂ ਅਰਜਨ ਦੇਵ ਨੇ, ਮਹਾਰਾਜ ਨੇ ਬਚਨ ਕਮਾਏ, ਕਮਾ ਕੇ ਦੱਸਿਆ ਵੀ ਇਸ ਤਰ੍ਹਾਂ ਭਾਣਾ ਮੰਨੀਦਾ। ਜਿੰਨਾ ਚਿਰ ਭਾਣੇ ਵਿੱਚ ਨਹੀਂ ਆਉਂਦਾ, ਹੁਕਮ ਦੇ ਵਿੱਚ ਨਹੀਂ ਆਉਂਦਾ, ਉਹਨਾਂ ਚਿਰ ਪ੍ਰਾਪਤੀ ਨਹੀਂ ਹੈ। ਤੇ ਸਭ ਤੋਂ ਵੱਡੀ ਬਚਨ ਮਹਾਰਾਜ ਨੇ ਸਾਨੂੰ ਤਾਂ ਹੀ ਕਿਹਾ ਵੀ ਜੋ ਸਰੀਰ ਪਰਮਾਤਮਾ ਨੇ ਦਿੱਤਾ ਇਹਦੇ ਕੇਸਾਂ ਨੂੰ ਨਾ ਕਟਾਇਆ ਕਰ। ਇਹ ਪਰਮਾਤਮਾ ਦੇ ਭਾਣੇ ਅੰਦਰ ਦਖਲ ਅੰਦਾਜ਼ੀ ਹੈ, ਮੋੜਨਾ ਹੈ ਉਹਦੇ ਹੁਕਮ ਨੂੰ, ਤੇ ਫਿਰ ਪਰਮਾਤਮਾ ਕਿਵੇਂ ਮਿਲੇ? ਮਹਾਂਦੇਵ ਜੀ ਜੇ ਤੁਹਾਨੂੰ ਪਰਮਾਤਮਾ ਪ੍ਰਾਪਤ ਕਰਨਾ ਚਾਹੁੰਦੇ ਹੋ, ਕਿਤੇ ਮਾਣ ਛੱਡ ਦਿਓ ਆਪਣੇ ਕੁਲ ਦਾ ਵੀ ਮੈਂ ਸੋਢੀ ਹਾਂ, ਇਹ ਮਾਣ ਛੱਡ ਦਿਓ ਮੈਂ ਗੁਰੂ ਦਾ ਪੁੱਤਰ ਹਾਂ, ਇਹ ਮਾਣ ਛੱਡ ਦਿਓ ਮੈਂ ਗੁਰੂ ਦਾ ਭਰਾ ਹਾਂ, ਇਹ ਮਾਣ ਛੱਡ ਦਿਓ ਮੈਂ ਗੁਰੂ ਪਾਤਸ਼ਾਹ ਦਾ ਤਾਇਆ ਹਾਂ। ਇਹ ਸਾਰੇ ਮਾਣ ਛੱਡ ਗਏ, ਵਿਦਿਆ ਦਾ ਮਾਣ ਛੱਡ ਗਏ, ਇਹ ਸਾਰੇ ਮਾਣ ਛੱਡੇਗਾ ਤਾਂ ਪ੍ਰਾਪਤੀ ਹੈ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਪਦੇਸ਼ ਆਪਣੇ ਵੱਡੇ ਭਰਾ ਨੂੰ ਹੈ। ਤੇ ਜੇ ਗੁਰੂ ਪਾਤਸ਼ਾਹ ਆਪਣੇ ਭਰਾ ਨੂੰ ਉਪਦੇਸ਼ ਦੇ ਸਕਦੇ ਤੇ ਸਾਨੂੰ ਸਾਡੇ ਵਾਸਤੇ ਵੀ ਇਹੋ ਹੀ ਉਪਦੇਸ਼ ਹੈ ਨਾ। ਮਹਾਰਾਜ ਕਹਿਣ ਲੱਗੇ ਭਾਈ ਮਨ ਕੋ ਮਾਨ ਨਾ ਤਿਆਗਿਓ। ਇਹ ਬੰਦਾ ਕਦੇ ਮਨ ਦਾ ਮਾਨ ਛੱਡਦਾ ਹੀ ਨਹੀਂ, ਹਰ ਵੇਲੇ ਮਾਨ ਨਾਲ ਹੀ ਚੁੱਕਿਆ ਹੋਇਆ। ਮਾਨ ਕਾਹਦਾ? ਜਾਤ ਦਾ, ਗੋਤ ਦਾ, ਧਨ ਦਾ, ਪਦਾਰਥ ਦਾ, ਸਰੀਰ ਦਾ, ਰਿਸ਼ਤੇਦਾਰੀ ਦਾ, ਅਹੁਦੇ ਦਾ, ਇਹ ਸਾਰੇ ਮਾਨ। ਇਹ ਮਾਨ ਵਾਲੇ ਜਿਹੜੇ ਬਚਨ ਨੇ ਇਹਨਾਂ ਨੂੰ ਛੱਡ ਦੇਣਾ ਕਰ। ਮਾਇਆ ਕੇ ਮਦ ਜਨਮ ਸਿਰਾਇਓ। ਮਾਇਆ ਦੇ ਮਦ ਨਸ਼ੇ ਵਿੱਚ ਸਾਰਾ ਜਨਮ ਹੀ ਲੰਘ ਗਿਆ। ਬਚਪਨ ਦੇ ਵਿੱਚ ਆਖਿਆ ਵੀ ਮੇਰਾ ਪਿਤਾ ਬੜਾ ਅਮੀਰ ਹੈ, ਮਾਇਆ ਦਾ ਨਸ਼ਾ। ਜਵਾਨੀ ਵਿੱਚ ਆਖਿਆ ਵੀ ਮੈਂ ਬੜਾ ਅਮੀਰ ਹਾਂ, ਬੜਾ ਧਨ ਕਮਾ ਲਿਆ, ਜਵਾਨੀ ਲੰਘੀ ਇਸ ਨਸ਼ੇ ਵਿੱਚ। ਬੁਢੇਪਾ ਆ ਗਿਆ, ਬੁਢੇਪੇ ਵਿੱਚ ਆਖਦਾ ਵੀ ਮੇਰੇ ਪੁੱਤਰ ਬੜੇ ਬੜੇ ਵੱਡੇ ਅਹੁਦਿਆਂ 'ਤੇ ਬੈਠੇ ਨੇ, ਅਫਸਰ ਲੱਗੇ ਹੋਏ, ਉਹਨਾਂ ਦੇ ਹੁਕਮ ਚੱਲਦੇ ਪਏ। ਬੁਢੇਪੇ ਵਿੱਚ ਪੁੱਤਰਾਂ ਦੇ ਅਹੁਦੇ ਦਾ ਹੰਕਾਰ ਹੈ। ਇਹ ਹੰਕਾਰ ਛੱਡਦਾ ਹੀ ਨਹੀਂ, ਮਾਇਆ ਦਾ ਨਸ਼ਾ ਕਦੇ ਛੱਡਦਾ ਹੀ ਨਹੀਂ ਬੰਦੇ ਨੂੰ। ਹਰ ਵੇਲੇ ਮਾਇਆ ਦੇ ਨਸ਼ੇ ਵਿੱਚ ਗਲਤਾਨ ਰਹਿੰਦਾ। ਜਿਵੇਂ ਸੰਸਾਰ ਦੇ ਨਸ਼ੇ ਵਿੱਚ ਪੈ ਜਾਈਏ ਤੇ ਆਪਣੀ ਹੋਸ਼ ਭੁੱਲ ਜਾਂਦੀ ਹੈ ਨਾ। ਆਹ ਲੋਕ ਜਿਹੜੇ ਚਿੱਟਾ ਖਾਂਦੇ, ਮਾੜੇ ਨਸ਼ੇ ਕਰਦੇ ਹੋ, ਵੇਖਿਆ ਨਾ, ਸੜਕ ਦੇ ਉੱਪਰ ਝੂਮਦੇ ਫਿਰਦੇ, ਡਿੱਗਦੇ ਫਿਰਦੇ, ਉਹਨਾਂ ਨੂੰ ਕੋਈ ਪਤਾ ਨਹੀਂ ਹੈ।
क्योंकि वो नशा है। नशे में वो भुल गया भी मैं की करदा पिया, मेरी की हालत है। माया का भी कुछ नशा इहो जिहा ही है, जिहड़ा माया के नशे में भुल जाता, वो भी अपने आप नूं भुल जाता है भी मैं कौन हाँ। महाराज कहन लगे माया के मद जन्म सरायो, माया दे मद नशे विच सारा जन्म सरायो बतीत हो गया, सारी उम्र लंघ गई है। मेरी मेरी करते जन्म गयो, मेरी मेरी करदे ਇਹਦੇ ਵਿੱਚ ਸਾਰੀ ਉਮਰਾਂ ਚਲੇ ਜਾਂਦੀ ਹੈ। ਰਾਮ ਭਜਨ ਨਹੀਂ ਲਾਗਿਓ, ਜਿੰਨਾ ਚਿਰ ਬੰਦਾ ਨਸ਼ੇ ਵਿੱਚ ਹੈ ਉਹਨਾਂ ਚਿਰ ਕਿਸੇ ਕੰਮ ਜੋਗਾ ਨਹੀਂ ਹੈ। ਜਿੰਨਾ ਚਿਰ ਮਾਇਆ ਦੇ ਨਸ਼ੇ ਵਿੱਚ ਹੈ ਉਹਨਾਂ ਚਿਰ ਰਾਮ ਦਾ ਭਜਨ ਨਹੀਂ ਹੋਵੇਗਾ। ਰਾਮ ਦਾ ਭਜਨ ਤੇ ਕਦੇ ਕੀਤਾ ਹੀ ਨਹੀਂ। ਪਾਤਸ਼ਾਹ ਜੀ ਦਾ ਬਚਨ ਤੇ ਇਹ ਸੀ ਵੀ ਸਾਸ ਸਾਸ ਸਿਮਰੋ ਗੋਬਿੰਦ, ਸਵਾਸ ਸਵਾਸ ਜਪਣਾ ਤੇ ਦੂਰ ਦੀ ਗੱਲ ਹੈ, ਤੇ 24 ਘੰਟਿਆਂ ਵਿੱਚ ਵੀ ਕਦੇ ਰੱਬ ਦਾ ਨਾਮ ਲੈਣ ਨੂੰ ਤਿਆਰ ਨਹੀਂ ਹੈ। ਮਹਾਰਾਜ ਕਹਿੰਦੇ ਰਾਮ ਭਜਨ ਨਹੀਂ ਲਾਗਿਓ, ਰਾਮ ਦਾ ਪਰਮੇਸ਼ਰ ਦਾ ਕਦੇ ਭਜਨ ਕੀਤਾ ਹੀ ਨਹੀਂ, ਕਦੇ ਸਿਮਰਨ ਕੀਤਾ ਹੀ ਨਹੀਂ, ਕਦੇ ਉਹਨੂੰ ਯਾਦ ਕੀਤਾ ਨਹੀਂ। ਐਸੇ ਮਾਇਆ ਦੇ ਨਸ਼ੇ ਵਿੱਚ ਲੱਗਾ ਹੈ। ਰਹਾਉ ਜਮ ਕੋ ਡੰਡ ਪਰਿਓ ਸਿਰ ਉੱਪਰ, ਪਰ ਗੁਰਮੁਖੋ ਇਹ ਨਸ਼ਾ ਉਤਰਦਾ ਕਦੋਂ ਹੈ? ਜਦੋਂ ਜਮਾਂ ਦਾ ਡੰਡਾ ਸਿਰ ਵਿੱਚ ਵੱਜਦਾ ਹੈ। ਜਮ ਆ ਗਿਆ ਨਾ ਲੈਣ ਵਾਸਤੇ, ਉਹਨਾਂ ਨੂੰ ਆਖਦਾ ਮੈਂ ਨਹੀਂ ਜਾਵਾਂਗਾ। ਉਹ ਕਹਿੰਦੇ ਕਿਉਂ ਨਹੀਂ ਜਾਵੇਂਗਾ? ਕਹਿੰਦਾ ਮੇਰੀ ਉੱਚੀ ਕੁੱਲ ਹੈ। ਉਹ ਕਹਿਣ ਲੱਗੇ ਕੁੱਲ ਨੇ ਨਹੀਂ ਤੈਨੂੰ ਰੱਖਣਾ ਹੈ, ਜਾਣਾ ਪਵੇਗਾ। ਫਿਰ ਆਖਦਾ ਮੇਰੇ ਕੋਲ ਇੰਨੀ ਧਨ ਦੌਲਤ ਹੈ। ਕਹਿਣ ਲੱਗੇ ਧਨ ਦੌਲਤ ਵੀ ਨਹੀਂ ਰੱਖੇਗੀ, ਅੱਗੇ ਬੋਲ। ਮੇਰੇ ਇੰਨੇ ਰਿਸ਼ਤੇਦਾਰ ਐਡੇ ਵੱਡੇ ਅਹੁਦਿਆਂ ਤੇ, ਕਹਿੰਦੇ ਇਹ ਵੀ ਨਹੀਂ ਤੈਨੂੰ ਰੱਖਣਗੇ। ਗਿਣਦਾ ਪਿਆ ਆਪਣੇ ਮਾਣ ਦੀਆਂ ਗੱਲਾਂ, ਮੇਰੇ ਕੋਲ ਆ ਹੈ, ਮੇਰੇ ਕੋਲ ਆ। ਉਹ ਕਹਿਣ ਲੱਗੇ ਇਹ ਗੱਲਾਂ ਨੇ ਤੈਨੂੰ ਬਚਾਉਣਾ ਨਹੀਂ। ਜਦੋਂ ਜਮਾਂ ਦਾ ਡੰਡਾ ਵੱਜਦਾ ਨਾ ਸਿਰ ਵਿੱਚ ਆ ਕੇ, ਜਿਵੇਂ ਸੁੱਤੇ ਹੋਏ ਬੰਦੇ ਦੀ ਜਾਗ ਖੁੱਲ੍ਹਦੀ ਹੈ ਨਾ, ਤੇ ਸੁਪਨੇ ਵਿੱਚ ਉਹ ਕਦੇ ਰਾਜਾ ਬਣ ਜਾਂਦਾ, ਕਦੇ ਵਜ਼ੀਰ ਬਣ ਜਾਂਦਾ। ਇਹ ਅਸਲ ਵਿੱਚ ਜ਼ਿੰਦਗੀ ਦੀ ਜਿਹੜੀ ਹਕੀਕਤ ਹੈ, ਸਾਨੂੰ ਸੁਪਨਾ ਹੀ ਇੱਕ ਆਉਂਦਾ ਪਿਆ। ਜਦੋਂ ਜਮਾਂ ਦਾ ਡੰਡਾ ਵੱਜੇਗਾ ਫਿਰ ਇਸ ਮੋਹ ਦੀ ਨੀਂਦ ਤੋਂ ਉਸ ਵੇਲੇ ਜਾਗਣਾ ਹੈ। ਜਦੋਂ ਮੋਹ ਦੀ ਨੀਂਦ ਤੋਂ ਜਾਗ ਕੇ ਤੁਰੇ ਨਾ, ਫਿਰ ਪਤਾ ਲੱਗਣਾ ਵੀ ਮੇਰੇ ਕੋਲ ਕੀ ਹੈ। ਮਾਇਆ ਨਾਲ ਨਹੀਂ ਜਾਣੀ, ਪਰਿਵਾਰ ਨਾਲ ਨਹੀਂ ਜਾਣਾ, ਸਰੀਰ ਨਾਲ ਨਹੀਂ ਜਾਣਾ। ਫਿਰ ਮੇਰੇ ਕੋਲ ਕੀ ਹੈ? ਤੇਰੇ ਕੋਲ ਉਹ ਹੈ ਜਿਹੜਾ ਤੂੰ ਆਪਣੇ ਹੱਥਾਂ ਨਾਲ ਕੀਤਾ ਕਰਮ ਹੈ, ਉਹ ਤੇਰੇ ਨਾਲ ਜਾਵੇਗਾ। ਜੇ ਕਰਮ ਚੰਗਾ ਕੀਤਾ ਤੇ ਠੀਕ ਹੈ, ਮਾੜਾ ਕੀਤਾ ਤੇ ਫਿਰ ਉਹਦੀ ਸਜ਼ਾ ਤੇ ਮਿਲੇਗੀ। ਮਹਾਰਾਜ ਕਹਿਣ ਲੱਗੇ ਜਮ ਕੋ ਡੰਡ ਪਰਿਓ ਸਿਰ ਉੱਪਰ, ਜਮਾਂ ਦਾ ਡੰਡਾ ਜਿਸ ਵੇਲੇ ਸਿਰ ਵਿੱਚ ਆ ਕੇ ਵੱਜਦਾ ਹੈ, ਜਦੋਂ ਜਮ ਲੈਣ ਵਾਸਤੇ ਆਉਂਦੇ ਹਨ, ਤਬ ਸੋਵਤ ਤੈ ਜਾਗਿਓ, ਉਸ ਵੇਲੇ ਇਹ ਸੁੱਤਾ ਹੋਇਆ ਮਨ ਜਾਗੇਗਾ। ਤੇ ਜਦੋਂ ਸੁੱਤਾ ਹੋਇਆ ਜਾਗੇਗਾ, ਕਮਾਈ ਕੋਈ ਕੀਤੀ ਨਹੀਂ ਹੈ ਤੇ ਜਾਗ ਕੇ ਵੀ ਕੀ ਕਰੇਗਾ? ਜੇ ਕੋਈ ਵਿਅਕਤੀ ਸੌਂ ਜਾਵੇ ਤੇ ਚੋਰ ਉਹਦਾ ਸਮਾਨ ਸੁੱਤੇ ਦਾ ਲੁੱਟ ਕੇ ਲੈ ਜਾਣ, ਤੇ ਜਦੋਂ ਜਾਗੇਗਾ ਤੇ ਫਿਰ ਕੀ ਕਰੇਗਾ? ਫਿਰ ਪਛਤਾਵਾ ਹੀ ਹੈ ਨਾ ਵੀ ਹਾਏ ਮੈਂ ਲੁੱਟਿਆ ਗਿਆ, ਪਰ ਕਰ ਤੇ ਕੁਝ ਨਹੀਂ ਨਾ ਸਕਦਾ। ਇਸ ਤਰ੍ਹਾਂ ਤੂੰ ਜ਼ਿੰਦਗੀ ਦੀ ਬਾਜੀ ਵਿੱਚ ਲੁੱਟਿਆ ਜਾ ਰਿਹਾ ਹੈ, ਤੈਨੂੰ ਵਕਾਰ ਲੁੱਟਦੇ ਪਏ ਨੇ, ਤੂੰ ਸੁੱਤਾ ਹੋਇਆ। ਜਦੋਂ ਤੈਨੂੰ ਜਾਗ ਆਈ ਨਾ, ਸਮਝ ਆਈ ਵੀ ਜ਼ਿੰਦਗੀ ਤੋਂ ਜਾਣਾ ਹੈ, ਉਸ ਵੇਲੇ ਪਛਤਾਵਾ ਕੋਲ ਰਹਿਣਾ, ਕੋਲ ਨਾਲ ਜਾਣ ਵਾਲੀ ਵਸਤੂ ਨਹੀਂ ਹੈ। ਕਹਾ ਹੋਤ ਅਬ ਕੈ ਪਛਤਾਏ, ਉਸ ਵੇਲੇ ਬੜਾ ਪਛਤਾਵੇਗਾ। ਜਮਾ ਨੇ ਫਿਰ ਕਹਿਣਾ ਕਿਉਂ ਪਛਤਾਉਂਦਾ ਕਿਉਂ ਹੈ? ਕਹਿਣ ਲੱਗਾ ਬੜਾ ਹੀ ਘਾਟਾ ਪੈ ਗਿਆ। ਪਰਮਾਤਮਾ ਨੇ ਇੰਨੇ ਸਵਾਸ ਦਿੱਤੇ, ਪਰਮਾਤਮਾ ਨੇ ਐਸਾ ਮੈਨੂੰ ਜਨਮ ਦਿੱਤਾ ਹੈ, ਮਨੁੱਖਾ ਜਨਮ। ਮੈਂ ਤੇ ਮਨੁੱਖਾ ਜਨਮ ਦਾ ਲਾਹਾ ਲੈ ਹੀ ਨਹੀਂ ਸਕਿਆ, ਮੈਂ ਤੇ ਬੰਦਗੀ ਨਹੀਂ ਕਰ ਸਕਿਆ, ਮੈਂ ਤੇ ਨਾਮ ਨਹੀਂ ਜਪ ਸਕਿਆ, ਮੈਂ ਤੇ ਸੰਗਤ ਵਿੱਚ ਨਹੀਂ ਜਾ ਸਕਿਆ, ਮੈਂ ਤੇ ਕਥਾ ਕੀਰਤਨ ਕਦੇ ਸੁਣਿਆ ਹੀ ਨਹੀਂ, ਮੈਂ ਕਦੇ ਬਰਤਨ ਨਹੀਂ ਮਾਂਜੇ, ਕਦੇ ਝਾੜੂ ਨਹੀਂ ਲਾਇਆ ਹੈ। ਫਿਰ ਜਮ ਕਹਿਣਗੇ ਵੀ ਹੁਣ ਪਛਤਾਇਆ ਕੁਝ ਨਹੀਂ ਹੋਣਾ, ਹੁਣ ਤੈਨੂੰ ਸਮਾਂ ਨਹੀਂ ਦਿੱਤਾ ਜਾਵੇਗਾ। ਤੂੰ ਮਤਾਂ ਇਹ ਗਨਾ ਵੀ ਮੈਂ ਆ ਚੰਗਾ ਕੰਮ ਕਰਨਾ, ਮੈਂ ਆ ਭਲਾ ਕੰਮ ਕਰਨਾ। ਬਚਨ ਇਹ ਹੈ ਵੀ ਭਾਈ ਹੁਣ ਤੈਨੂੰ ਸਮਾਂ ਨਹੀਂ ਮਿਲਣਾ, ਤੇਰਾ ਸਮਾਂ ਪੂਰਾ ਹੋ ਗਿਆ। ਔਦ ਘਟੈ ਦਿਨ ਸਰੈ ਨਾਰੇ, ਜਦੋਂ ਸਮਾਂ ਪੂਰਾ ਹੋ ਜਾਂਦਾ ਫਿਰ ਰੱਖ ਕੋਈ ਨਹੀਂ ਸਕਦਾ, ਫਿਰ ਮੌਤ ਅਵਸ਼ ਹੈ, ਆਉਣੀ ਹੀ ਆਉਣੀ ਹੈ। ਇੱਕ ਸਾਧੂ ਨੇ ਨਾ ਆਪਣੇ ਜੋਗ ਚੇਲੇ ਨੂੰ ਜਾਣ ਕੇ ਆਪਣੀ ਗੱਦੀ ਦੇ ਦਿੱਤੀ। ਜਦੋਂ ਸਾਧੂ ਨੇ ਅੰਤਰ ਧਿਆਨ ਹੋ ਕੇ ਵੇਖਿਆ ਨਾ, ਤੇ ਉਹਨੇ ਇਹ ਵੇਖਿਆ ਵੀ ਇਹ ਜਿਹਨੂੰ ਮੈਂ ਗੱਦੀ ਦਿੰਦਾ ਪਿਆ, ਇਹਦੀ ਮੌਤ ਤੇ ਮੇਰੇ ਤੋਂ ਵੀ ਪਹਿਲਾਂ ਹੈ, ਮੇਰੀ ਤਾਂ ਉਮਰਾਂ ਹੀ ਥੋੜ੍ਹੀ ਰਹਿ ਗਈ, ਮੇਰੇ ਨਾਲੋਂ ਵੀ ਪਹਿਲਾਂ ਮਰ ਜਾਣ। ਮਨ ਵਿੱਚ ਸੋਚਿਆ ਕਿਉਂ ਨਾ ਹੋਵੇ ਇਹਦੀ ਉਮਰਾਂ ਵਧਾਈ ਜਾਵੇ। ਆਪਣੇ ਚੇਲੇ ਨੂੰ ਨਾਲ ਲੈ ਕੇ ਬ੍ਰਹਮਾ ਜੀ ਦੇ ਕੋਲ ਚਲਾ ਗਿਆ। ਕਹਿਣ ਲੱਗਾ ਜੀ ਤੁਸੀਂ ਬੰਦੇ ਦਾ ਭਾਗ ਲਿਖਣ ਵਾਲੇ ਹੋ, ਕੀ ਦੁੱਖ ਮਿਲਣਾ, ਕੀ ਸੁੱਖ ਮਿਲਣਾ, ਕੀ ਕੁਝ ਮਿਲਣਾ ਹੈ। ਇਹ ਬੱਚੇ ਦੀ ਉਮਰਾਂ ਮੁੱਕ ਚੱਲੀ ਹੈ, ਆਪ ਕਿਰਪਾ ਕਰਕੇ ਇਹਦੀ ਉਮਰਾਂ ਥੋੜ੍ਹੀ ਲੰਮੀ ਕਰ ਦਿਓ।
ਬਰਮਾ ਜੀ ਨੇ ਬਚਨ ਸੁਣਿਆ, ਕਹਿਣ ਲੱਗੇ ਵੀ ਮੇਰੇ ਵੱਸ ਦੀ ਗੱਲ ਨਹੀਂ ਹੈ, ਮੇਰੀ ਪਹੁੰਚ ਤੋਂ ਪਰੇ ਦੀ ਗੱਲ ਹੈ। ਪਰ ਰਿਸ਼ੀ ਜੀ ਤੁਸੀਂ ਬੜੇ ਸਤਿਕਾਰਯੋਗ ਹੋ, ਚਲੋ ਤੁਹਾਡੀ ਸਿਫਾਰਿਸ਼ ਵਾਸਤੇ ਮੈਂ ਨਾਲ ਹੀ ਚੱਲ ਪੈਂਦਾ। ਆਪਾਂ ਵਿਸ਼ਨੂੰ ਭਗਵਾਨ ਕੋਲ ਚੱਲੀਏ, ਉਹਨਾਂ ਅੱਗੇ ਜਾ ਕੇ ਫਰਿਆਦ ਕਰੀ। ਵੱਡੇ ਦੇਵਤੇ ਕੋਲ ਚਲੇ ਗਏ, ਜਾ ਕੇ ਉੱਥੇ ਫਰਿਆਦ ਕੀਤੀ। ਉਹ ਕਹਿਣ ਲੱਗੇ ਮੇਰੇ ਵੱਸ ਦੀ ਗੱਲ ਨਹੀਂ ਹੈ, ਪਰ ਤੁਸੀਂ ਦੋਨੇ ਜਾਣੇ ਬੜੇ ਸਤਿਕਾਰਯੋਗ ਹੋ, ਮੈਂ ਤੁਹਾਡੇ ਨਾਲ ਚੱਲਦਾ। ਆਪਾਂ ਸ਼ਿਵ ਜੀ ਦੇ ਕੋਲ ਚੱਲੀਏ, ਕਿਉਂਕਿ ਮੌਤ ਦਾ ਦੇਵਤਾ ਉਹ ਹੈ। शिव जी महाराज कोल चले गए, जाके उत्थे भी आख्या जी बच्चे की उम्र मुक चली है, आप थोड़ी उम्र ही वधा दिओ। बचन उन्हें सुनिया, कहन लगा भी नहीं मेरे वास की गल नहीं है, मैं भी यदी उम्र वधा नहीं सकता, पर तुसी सारे सत्कारयोग हो, चलो आपां मौत कोल ही चलीए, मौत नूं जाके आखीए भी तू टल जा। जदों ये सारे जाने मिल के मौत के दरवाजे ते गए ना, तो मौत नूं आवाज़ दित्ती है। कहन लगे वो मौत का देवता बाहर निकलिया, उन्हें बाहर निकलदियां नाल ही पहला उस बच्चे की जान कढ़ लई, उन्होंने मार दिता बाहर निकलदियां नाल। देवते बड़े हैरान होए, कहन लगे असीं इहदी सिफारिश लैके आए हैं भी इहदी उम्र वधाउणी है, वधाउणी ते दूर दी गल, तू ते हुणे ही मार दिता। मौत ने आख्या, कहन लगी मैं बड़ी हैरान सी भी इस बच्चे की मौत उस वेले होनी है जदों तीन देवते इकट्ठे होणगे। मैनू हैरानगी इस गल की है भी देवते इकट्ठे होने नहीं तो बच्चे की मौत होनी नहीं, इन्हें मरना नहीं। मैं तो हैरान सी भी इसकी मौत किवें होवेगी। आ वेखो तुसीं अपने आप ही इसकी सिफारिश लैके नाल तुर पे, तो तुसीं तिन्ने इकट्ठे भी हो गए हो तो मेरे दरवाजे ते आप आ गए हो। ये सब कुछ विधांत परमात्मा दे वल्लों बनिया है, उहदे बनाए विधांत नूं कोई तोड़ नहीं सकता है, कोई मोड़ नहीं सकता है। यदि लिखी इस तरह की है भी तुसीं तीन इकट्ठे होवोगे तो वह मरेगा, अज तुसीं इकट्ठे हो गए उसकी मौत हो गई, ये बच नहीं सकता। कहण तो भाव यह है कि जदों बंदा पछताउंदा है ना जमा दे अगे भी मेरे तो बड़ा घाटा पै गया, कोई समा दे दिओ, नहीं समा मिलना नहीं है। वड्डे वड्डे देवते भी हार गए जोर ला के सिफारिशां करके, पर वो भी उस बालक नूं बचा नहीं सके। उस वेले फिर जीव दे कोल केवल पछतावा रह जाता है। महाराज कहन लगे भाई जम को डंड परयो सिर ऊपर, सो कहाँ होत अब कह पछताए। हुण पछताया की होना है जदों जीव नूं पता लगदा भी हुण समा हो गया है। छूटत नाहिन भाग्यो, पर गुरमुखो जे कोई बंदा कहे ना भी मैं भज जावां ते भज के बच जावां, महाराज कहंदे नहीं भज के नहीं छुटिया जाना है। जे भज के छुटिया जावे तो जंगल के जीव जंतु किन्ने भजदे पै, दिने रात ही भजदे पै, भजिया नहीं कोई बच सकता है। मौत तो भजिया नहीं जा सकता है। मौत उत्थे पहला खलोती है जिथे तू जाना है। जल कहाँ थल कहाँ गगन के गौन कहाँ, काल के बनाए सबे काल ही चुबाहेंगे। 10वें पातशाह ना सतलुज दरिया की सैर करते पे, तो सैर करदे महाराज ने की वेख्या कि 12 सिंगा पानी पीण वास्ते आया, तो मच्छी ने वेख्या भी इहदियां अखां बड़ियां चमकदियां। मच्छी ने पानी विचों छाल मारी है भी इहदी अख दा मैं भोजन कर लवां। 12 सिंगे दे सिंग बड़े तिखे, तो मच्छी आके सिंगां विच फस गई तो मौत हो गई। पानी विच रहन वाली मच्छी सिंगां विच फस के मरी है। आकाश दे विच इल उड़दी पई है, इल दी निगाह पई भी 12 सिंगे दे सिंगां दे विच मच्छी फसी है, क्यों ना होवे मैं झपट मार के लै आवां। जो झपट मारन वास्ते इल आई है तो वह भी सिंगां विच फस गई, मौत उहदी भी हो गई। महाराज वेखदे पै, पातशाह कहंदे जल कहाँ, पानी विच रहन वाली मच्छी है, थल कहाँ, धरती ते रहन वाला 12 सिंगा है, गगन के गौन कहाँ, आकाश विच उड़न वाली जिहड़ी इल उहदा टिकाणा आकाश है। पर बचन यह है परमात्मा ने मौत ही इस तरह लिखी है, काल के बनाए सबे काल ही चुबाहेंगे। मौत दे बनाए हुए मौत नहीं खा जाने, रब ने उन्हों की मौत ही उहदे सिंगां विच लिखी है, तो अपने आप ही वो मौत वाले स्थान पर पहुँच गए। महाराज कहन लगे भाई बचन ने छूटत नाहिन भाग्यो, मौत तो भज के नहीं छुटिया जाना। जिन्ना मर्जी कोई भज लवे, मौत तो तेज कोई भज नहीं सकता है। सगों के व्यक्ति मौत कोल जांदा है, भज के छुटदा नहीं है। महाराज कहते पछतावा करेगा, पछतावा कीतिया कुछ नहीं होना है, क्योंकि अजे तक तो कोई भज नहीं सकिया। ना रावण भज सकिया, ना हरनाक्ष भज सकिया, ना इस तरह के अफलातू वर्गे बड़े बड़े सोहने चित्रकार भज सके। दुनिया में बड़े बड़े लुके रहन वाले वहमी पीर वर्गे कोई नहीं बच सकिया।
मौत ऐसी समर्थ है। महाराज फिर फरमाउंदे हन, कहा होत आपके पछताए, छूटथ नाहिन भाग्यो। महाराज कहते नाहिन का जिहड़ा नन्ना है ना, आपां अगले पासे लै चलांगे। निभागियो, निभागिया कहा जाता माड़े भागां वाल। महाराज कहते वो माड़े भागां वाले आ, खोटे भागां वाले आ, भज के छुटिया नहीं जाना है। जे तू आखे भज के छुट जावांगा, नहीं छुट नहीं सकता है, बचा नहीं हो सकता। जिहड़ा इस तरह सोचदा वो बहुत माड़े भागां वाला है। एह चिंता उपजी घट मैं। सो कहन लगे ये चिंता, ये फिकर, ये सोच मेरे घाट कहिए हिरदे विच बड़ी पैदा हुई है। जब गुर चरणन अनुराग्यो। पर कदों फिकर पई है, जदों गुरु दे चरणां दा अनुराग्यो कहिए प्रेमी बनिया। पहला तो आपां बाहर आ ना दुनियादारी विच, खांदे आ पींदे आ मौज माणदे आ, पता ही नहीं दुनिया का। पर जो गुरु की शरण में इत्थे आए ना, इत्थे फिर गुरु पातशाह ने सानू ये बचन, जिवें आपां अज साखियां सरवण कीतियां, महाराज ने फिर ये बचन समझा दिता भी तेरे नाल नहीं किसी ने जाना है। फिर पता लगा भी जे नाल नहीं जाना तो मैं ये क्यों इकट्ठा करदा पिया। पर यह पता कदों लगा है, जिस वेले जब गुर चरणन, जदों मैं गुरु के चरणां ते आया, उदों ये समझ पई है, ज्ञान उदों मिलिया है। तो जदों ये ज्ञान मिलिया अनुरागियो, फिर मैं गुरु के चरणां दा भौरा बन गया, प्रेमी बन गया। तो जेड़े प्रेमी बन जाते, महाराज कहन लगे जिन प्रेम कियो तिन ही प्रभ पायो। परमात्मा फिर मिलिया। पर प्रेम पैदा होया गुरु के चरणां विच आके। अकल उदों आई है, समझ उदों आई है जदों संगत विच आए। बड़े बड़े डिग्रियां करन वाले, बड़े बड़े इसे तरह विद्या पढ़न वाले दुनिया में ठगी ठोरी करदियां, बेईमानी करदियां, पाप करदियां वेखे ना वड्डे वड्डे अफसर, IPS PCS, किन्ना किन्ना पढ़े हुए, किन्ने किन्ने सियाणे, किन्नी विद्या पढ़ी है, किन्ने तेज दिमाग ने। पर इन्ना पढ़न तो बावजूद जिंदगी की समझ नहीं आई है। दुनियादारी की भावें समझ लै ली है, पर माड़े कामां विच ते सब तो वध उही पए हुए ना। पर जे कोई गुरु की शरण विच आ जांदा है, पढ़िया अनपढ़िया, भावें कोई पढ़िया लिखिया होवे, भावें कोई अनपढ़ होवे, जिहड़ी समझ संगत विच आके आउंदी है वो दुनिया की किसी डिग्री दे नाल नहीं आउंदी। दुनिया में डिग्री कराई जाती है चलाक चुस्त बनने वास्ते, दुनिया नाल हेरा फेरी ठगी किवें करनी है ये सिखाया जाता है। हेरा फेरी ठगी तो बचना किवें है, पाप तो किवें बचना है, ये संगत विच सिखाया जाता है। महाराज कहन लगे भाई प्यारिया, जदों गुरु चरणां विच आया ना, फिर चिंता पैदा हो गई। पिछली उम्र गुनाही बीती, 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 पिछली उम्र गुनाही बीती। प्रभ की भगत न कीती, प्रभ की भगत न कीती, प्रभ की भगत न कीती, प्रभ की भगत न कीती। आगे समझ चलो नंद लाला, आगे समझ चलो नंद लाला, आगे समझ चलो नंद लाला, आगे समझ चलो रंग लाला। पाछे जो बीती सो बीती, पाछे जो बीती सो बीती, पाछे सो बीती सो बीती। ये समझ कदों आई है, जदों गुरु के चरणां विच आए, फिर समझ आ गई भी पिछली उम्र गुनाही बीती। जिन्नी उम्र अज है ना अपनी, ये तो पिछे जिन्नी लंघ गई है, 50 साल 60 साल 70 साल, सारी उम्र मैं तो गुनाह करदे आई, पाप करदे आई, हेरा फेरी करदे आ, ठगी करदे आ, ये बतीत कर लई है। तो की नहीं कीता, प्रभ की भगत ना कीती। जे नहीं कीता तो नाम नहीं जपिया। ये अपने सारिਆਂ ਦੀ हालत है, जिन्हें आपां बैठे हाँ, आपां वेख लईए भी असी हेरा फेरियां भरावां नाल भी कीतियां, परिवारां नाल भी कीतियां, नौकरी ते भी कीतियां, रिश्तेदारां नाल भी कीतियां, अपने काम कार दे नाल भी हेरा फेरी कीती है। सरकार सानू समय का पैसा दिंदी है ना भी तेरी 8 घंटे नौकरी है, तो 8 घंटे नौकरी जो कुछ ऐसे भी ने जिहड़े घंटा ही नौकरी करते, 7 घंटे फरलो दे,
ਜਾਂ ਟਾਈਮ ਪਾਸ ਕਰਨਾ ਵੀ ਲਿਆਓ ਚਾਹ ਪੀ ਲਈਓ, ਰੋਟੀ ਦਾ ਟਾਈਮ ਹੋ ਗਿਆ, ਹੁਣ ਮੇਰਾ ਗਸ਼ਤ ਕਰਨ ਦਾ ਟਾਈਮ ਹੋ ਗਿਆ। ਬੇਈਮਾਨੀ ਕਰਕੇ ਦੁਨੀਆ ਨਾਲ ਤੇ ਕਰ ਲਵੇਂਗਾ, ਰੱਬ ਤੇ ਵੇਖਦਾ ਪਿਆ ਨਾ ਵੀ ਤੂੰ ਆਪਣੇ ਸਮੇਂ ਨੂੰ ਕਿੰਨਾ ਕੁ ਸਫਲਾ ਕਰਦਾ ਪਿਆ, ਕਿੰਨਾ ਕੁ ਵਰਤਦਾ ਪਿਆ, ਕਿੰਨਾ ਕੁ ਤੂੰ ਸਮੇਂ ਨੂੰ ਕੱਢਦਾ ਪਿਆ ਹੈ। ਸੋ ਬਚਨ ਇਹ ਹੈ ਵੀ ਜਿਹੜੀ ਦੁਨਿਆਵੀ ਕੰਮਾਂ ਵਾਸਤੇ ਉਮਰ ਆ ਉਹ ਤੁਰੀ ਜਾ ਰਹੀ ਹੈ, ਪ੍ਰਭ ਕੀ ਭਗਤ ਨਾ ਕੀਤੀ, ਨਹੀਂ ਕੀਤਾ ਤੇ ਰੱਬ ਦਾ ਨਾਮ ਨਹੀਂ ਜਪਿਆ। ਹੁਣ ਸਾਨੂੰ ਅਫਸੋਸ ਹੋਵੇ ਜਦੋਂ ਘਾਟਾ ਪੈਂਦਾ ਨਾ, ਫਿਰ ਵਿਅਕਤੀ ਅਫਸੋਸ ਕਰਦਾ। ਕੁਝ ਲੋਕ ਫਿਰ ਖੁਦਕੁਸ਼ੀ ਕਰ ਜਾਂਦੇ, ਆਪਣੇ ਆਪ ਨੂੰ ਮਰ ਲੈਂਦੇ, ਐਡਾ ਵੱਡਾ ਘਾਟਾ ਕਿਵੇਂ ਝੱਲੀਏ। ਕੁਝ ਲੋਕ ਪਾਗਲ ਹੋ ਜਾਂਦੇ। ਮਹਾਰਾਜ ਕਹਿੰਦੇ ਨਹੀਂ, ਸਿੱਖਾ ਹੌਸਲਾ ਨਾ ਛੱਡ ਦੇਂ, ਤੂੰ ਕੀ ਕਰ, ਤੂੰ ਇਸ ਤਰ੍ਹਾਂ ਕਰ, ਆਗੇ ਸਮਝ ਚੱਲੋ ਆਨੰਦ ਲਾਲਾ, ਪਿੱਛੇ ਜੋ ਹੋ ਗਿਆ ਠੀਕ ਹੈ, ਪਰ ਅੱਗੇ ਜਿੰਨਾ ਕੁ ਰਹਿ ਗਿਆ ਨਾ ਤੇਰੇ ਕੋਲ ਸਮਾਂ, 2 ਸਾਲ 5 ਸਾਲ 10 ਸਾਲ 20 ਸਾਲ, ਅਗਲਾ ਹੀ ਪਾਸਾ ਸਾਂਭ ਲਾ। ਆਗੇ ਸਮਝ ਚੱਲੋ ਆਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ, ਜਿਹੜੀ ਬੀਤ ਗਈ ਹੈ ਉਹ ਤੇ ਅਫਸੋਸ ਨਾ ਕਰੀ, ਪਰ ਅੱਗੇ ਸਮਝ। ਪਰ ਗੁਰਮੁਖੋ ਬਚਨ ਇਹ ਹੈ, ਪਰ ਇਹ ਸਮਝ ਉਦੋਂ ਆਈ ਹੈ ਗੁਰ ਚਰਨਨ ਅਨੁਰਾਗਿਓ, ਜਦੋਂ ਗੁਰੂ ਚਰਨਾਂ ਦਾ ਭੌਰਾ ਬਣਿਆ, ਫਿਰ ਸਮਝ ਪਈ ਹੈ ਵੀ ਮੈਂ ਕਾਹਦੇ ਵਾਸਤੇ ਦੁਨੀਆ ਤੇ ਆਇਆ ਤੇ ਕੀ ਕੀਤਾ ਹੈ। ਸੋ ਫਲ ਜਨਮ ਨਾਨਕ ਤਬ ਹੁਆ, ਜੋ ਪ੍ਰਭ ਜਸ ਮੈਂ ਪਾਗਿਓ। ਗੁਰਮੁਖੋ ਸਾਡਾ ਇੱਕ ਸਵਾਲ ਹੈ ਸਾਰਿਆਂ ਦਾ ਹੀ, ਜਨਮ ਸਫਲਾ ਕਿਵੇਂ ਹੁੰਦਾ ਹੈ। ਇਹ ਆਪਣਾ ਸਾਰਿਆਂ ਦਾ ਸਵਾਲ ਹੈ ਵੀ ਮੇਰੀ ਉਮਰ ਇੰਨੀ ਹੋ ਗਈ, ਜਨਮ ਸਫਲਾ ਕਿਵੇਂ ਕਰਾਂ, ਕਿਵੇਂ ਹੁੰਦਾ ਹੈ। ਤੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਉਹਦਾ ਉੱਤਰ ਦਿੰਦੇ ਨੇ। ਸਤਿਗੁਰੂ ਕਹਿੰਦੇ ਅਸੀਂ ਦੱਸ ਦਿੰਦੇ ਹਾਂ ਵੀ ਜਨਮ ਸਫਲਾ ਕਿਵੇਂ ਕਰੀਦਾ। ਮਹਾਰਾਜ ਕਹਿੰਦੇ ਸਫਲ ਜਨਮ ਨਾਨਕ ਤਬ ਹੁਆ, ਬੰਦੇ ਦਾ ਜਨਮ ਉਦੋਂ ਸਫਲਾ ਹੁੰਦਾ ਹੈ ਕਦੋਂ, ਜੋ ਪ੍ਰਭ ਜਸ ਮੈਂ ਪਾਗਿਓ, ਜਿਹੜਾ ਪ੍ਰਮਾਤਮਾ ਦੇ ਜਸ ਦੇ ਵਿੱਚ ਰੰਗਿਆ ਗਿਆ, ਉਹਦਾ ਜਨਮ ਸਫਲਾ ਹੋ ਗਿਆ ਹੈ। ਤੇ ਜਿਹਦੇ ਮਨ ਨੂੰ ਰੰਗ ਚੜਿਆ ਹੀ ਨਹੀਂ ਪ੍ਰਮਾਤਮਾ ਦੇ ਜਸ ਦਾ, ਉਹਦਾ ਸਮਝ ਲਓ ਵੀ ਜਨਮ ਸਫਲਾ ਨਹੀਂ ਹੋਇਆ। ਇਹ ਸਾਡਾ ਸਵਾਲ ਹੈ। ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਮੈਂ ਆਪਣਾ ਜਨਮ ਸਫਲਾ ਕਰ ਲਿਆ ਹੈ ਜਾਂ ਮੇਰਾ ਨਹੀਂ ਹੋਇਆ, ਤੇ ਫਿਰ ਸਾਡੇ ਅੱਗੇ ਇਹ ਉੱਤਰ ਆ ਜਾਵੇਗਾ ਵੀ ਜੇ ਤੇ ਤੇਰਾ ਮਨ ਪ੍ਰਮਾਤਮਾ ਦੇ ਜਸ ਦੇ ਵਿੱਚ ਰੰਗਿਆ ਗਿਆ ਹੈ, ਵੀ ਤੇਰੀ ਜ਼ੁਬਾਨ ਤੋਂ ਹਰ ਵੇਲੇ ਜਸ ਹੀ ਨਿਕਲਦਾ, ਤੇਰੇ ਜ਼ੁਬਾਨ ਦੇ ਵਿੱਚੋਂ ਜਸ ਨਿਕਲਦਾ, ਤੇਰੇ ਮਨ ਵਿੱਚੋਂ ਵੀ ਜਸ ਦੀ ਗੱਲ ਨਿਕਲਦੀ ਹੈ, ਪ੍ਰਮਾਤਮਾ ਦੀ ਸਿਫਤ ਦੀ ਗੱਲ ਨਿਕਲਦੀ ਹੈ ਹਰ ਵੇਲੇ, ਫਿਰ ਤੂੰ ਸਮਝ ਲਾ ਵੀ ਤੇਰਾ ਜਨਮ ਸਫਲਾ ਹੋ ਗਿਆ ਹੈ। ਤੇ ਜੇ ਤੇਰੇ ਮਨ ਵਿੱਚ ਅਜੇ ਵੀ ਈਰਖਾ ਹੈ, ਕ੍ਰੋਧ ਹੈ, ਲੜਾਈ ਹੈ, ਝਗੜਾ ਹੈ, ਜ਼ੁਬਾਨ ਦੇ ਉੱਪਰ ਅਜੇ ਵੀ ਕੌੜੇ ਬਚਨ ਨੇ, ਰੱਬ ਦਾ ਨਾਮ ਨਹੀਂ ਹੈ, ਤੇ ਫਿਰ ਇਹ ਸਮਝ ਲਾ ਵੀ ਤੇਰਾ ਜਨਮ ਸਫਲਾ ਨਹੀਂ ਹੋਇਆ ਹੈ। ਇਹ ਸਤਿਗੁਰਾਂ ਨੇ ਸਾਨੂੰ ਇਹ ਵੀ ਸਮਝਾ ਦਿੱਤਾ ਹੈ ਵੀ ਜਨਮ ਸਫਲਾ ਹੋਇਆ ਕਿ ਨਹੀਂ ਹੋਇਆ ਹੈ, ਇਹ ਕਿਵੇਂ ਪਤਾ ਲੱਗੇ। ਉਹ ਅਖੀਰਲੀ ਪੰਕਤੀ ਵਿੱਚ ਆਖਦੇ, ਸਫਲ ਜਨਮ ਨਾਨਕ ਤਬ ਹੁਆ, ਜਨਮ ਉਸ ਵੇਲੇ ਸਫਲਾ ਹੁੰਦਾ ਹੈ ਜੋ ਪ੍ਰਭ ਜਸ ਮੈਂ ਪਾਗਿਓ, ਜਦੋਂ ਪਰਮਾਤਮਾ ਦੇ ਜਸ ਵਿੱਚ ਰੰਗਿਆ ਜਾਵੇਗਾ। ਤੇ ਜਿਹਨੂੰ ਇਹ ਜਸ ਦਾ ਰੰਗ ਚੜ੍ਹ ਜਾਂਦਾ ਹੈ ਨਾ, ਤੇ ਪਾਤਸ਼ਾਹ ਕਹਿਣ ਲੱਗੇ ਫਿਰ ਉਹਨਾਂ ਦੇ ਸਰੀਰ ਰੂਪੀ ਕੱਪੜੇ ਨੂੰ ਭਾਵੇਂ ਕੋਈ ਪਾੜ ਦੇਵੇ, ਜਿਵੇਂ ਕੱਪੜੇ ਨੂੰ ਗੂੜਾ ਰੰਗ ਚੜ੍ਹ ਜਾਵੇ ਨਾ, ਕੱਪੜਾ ਖਿੱਚ ਕੇ ਪਾੜ ਵੀ ਦਿਓ ਰੰਗ ਨਹੀਂ ਉਤਰਦਾ ਹੈ। ਉਹਨਾਂ ਦੇ ਸਰੀਰ ਨੂੰ ਭਾਵੇਂ ਮਤੀਦਾਸ ਦੇ ਸਰੀਰ ਨੂੰ ਪਾੜਿਆ ਹੀ ਗਿਆ ਨਾ ਆਰੇ ਦੇ ਨਾਲ ਚੀਰ ਕੇ, ਭਾਵੇਂ ਸਰੀਰ ਦਾ ਬੰਦ ਕੱਟਿਆ ਜਾਵੇ, ਜਿਨ੍ਹਾਂ ਨੂੰ ਇਹ ਜਸ ਦਾ ਰੰਗ ਚੜ੍ਹ ਜਾਂਦਾ ਹੈ, ਉਹ ਰੰਗ ਫਿਰ ਕਦੇ ਉਤਰਦਾ ਨਹੀਂ ਹੈ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਐਸੀ ਬਖਸ਼ਿਸ਼ ਹੈ ਨਾਮ ਦੀ ਰੰਗ ਤਾਂ ਨਾਮ ਦੀ ਦਾਤ, ਤਾਂ ਹੀ ਆਪਾਂ ਅਰਦਾਸ ਕਰਦੇ ਹਾਂ ਸਾਧ ਦਾ ਸੰਗ ਤੇ ਨਾਮ ਦਾ ਰੰਗ ਮਹਾਰਾਜ ਸਾਨੂੰ ਪ੍ਰਾਪਤ ਹੋਵੇ, ਤਾਂ ਕਿ ਸਾਡਾ ਜਨਮ ਸਫਲਾ ਹੋਵੇ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਾਰੂ ਰਾਗ ਦੇ ਵਿੱਚ 3 ਸ਼ਬਦ ਸਨ, ਆਪਾਂ ਤਿੰਨਾਂ ਦਿਨਾਂ ਤੋਂ ਇੱਕ ਸ਼ਬਦ ਸਰਵਣ ਕਰ ਰਹੇ ਹਾਂ। ਸੋ 150 ਸ਼ਬਦ ਕੁੱਲ ਨੇ ਮਹਾਰਾਜ ਜੀਆਂ ਦੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 15 ਰਾਗਾਂ ਵਿੱਚ ਬਾਣੀ ਆਈ ਹੈ। ਸੋ ਅੱਗੇ ਗੁਰੂ ਨਾਨਕ ਦੇਵ ਪਾਤਸ਼ਾਹ ਜਿਵੇਂ ਉਪਦੇਸ਼ ਬਖਸ਼ਿਸ਼ ਕਰਨਗੇ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਇਹ ਚਿੰਤਾ ਉਪਜੀ ਘਟ ਮੈਂ, ਜਬ ਗੁਰ ਚਰਨਨ ਅਨੁਰਾਗਿਓ, ਸੁਫਲ ਜਨਮ ਨਾਨਕ ਤਬ ਹੁਆ, ਜੋ ਪ੍ਰਭ ਜਸ ਮੈਂ ਪਾਗਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।